ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਪੰਜਾਬ ਦੀ ਸਿਆਸਤ 2020 ਮੈਚ ਦੀ ਤਰ੍ਹਾਂ ਬਦਲ ਰਹੀ ਹੈ, ਹਰ ਓਵਰ ਹਰ ਬਾਲ ਦੇ ਉੱਤੇ। ਮੈਂ ਸ਼ੁਰੂਆਤ ਦੇ ਵਿੱਚ ਹੀ ਕ੍ਰਿਕਟ ਦਾ ਜ਼ਿਕਰ ਇਸ ਕਰਕੇ ਵੀ ਕੀਤਾ ਹੈ ਕਿਉਂਕਿ ਜਿਹੜੀ ਸ਼ਖਸੀਅਤ ਅੱਜ ਸਾਡੇ ਨਾਲ ਮੌਜੂਦ ਨੇ, ਉਹਨਾਂ ਨੇ ਕ੍ਰਿਕਟ ਦੇ ਮੈਦਾਨ ਤੇ ਖੂਬ ਚੌਕੇ ਛਿੱਕੇ ਮਾਰੇ ਨੇ ਤੇ ਅੱਜ ਕੱਲ ਸਿਆਸੀ ਸਟੇਜਾਂ ਤੋਂ ਵੀ ਖੂਬ ਚੌਕੇ ਛਿੱਕੇ ਮਾਰ ਰਹੇ ਨੇ ਤੇ ਖੂਬ ਐਲਾਨ ਵੀ ਹੋ ਰਹੇ ਨੇ। ਸਾਡੇ ਨਾਲ ਨੇ ਨਵਜੋਤ ਸਿੰਘ ਸਿੱਧੂ, ਪੰਜਾਬ ਕਾਂਗਰਸ ਦੇ ਪ੍ਰਧਾਨ। ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਨਿਊਜ਼ 18 ਪੰਜਾਬ ਤੇ। ਧੰਨਵਾਦ ਛੋਟੇ ਵੀਰ। ਤੇਰੀ ਬਾਡੀ ਲੈਂਗੁਏਜ T20 ਦੇ ਮੈਚ ਦੇ ਵਿੱਚ ਜਦੋਂ ਕੋਈ ਬੈਟਸਮੈਨ ਆਪੋਜੀਸ਼ਨ ਤੇ ਪੂਰੀ ਤਰ੍ਹਾਂ ਚੜ੍ਹ ਕੇ ਖੇਡਣ ਜਾਂਦਾ ਨਾ, ਉਦਾਂ ਦੀ ਹੈ। ਮੈਂ ਚਾਹੁੰਦਾ ਕਿ ਜਿੰਨੇ ਨੌਜਵਾਨ ਨੇ ਪੰਜਾਬ ਦੇ, ਉਹ ਮਾਯੂਸ ਨਾ ਹੋਣ, ਹਤਾਸ਼ ਨਾ ਹੋਣ, ਉਹਨਾਂ ਦੇ ਮਨ ਦੇ ਵਿੱਚ ਡਾਊਟ ਨਾ ਹੋਵੇ, ਦਵੰਦ ਨਾ ਹੋਵੇ, ਉਹ ਵੀ ਇਸੇ ਤਰ੍ਹਾਂ ਕੌਨਫੀਡੈਂਟ ਹੋ। ਦੈਟ ਇਜ਼ ਵਾਟ ਆਈ ਵਾਂਟ। ਸ਼ੁਕਰੀਆ। ਮੈਂ ਸ਼ੁਰੂਆਤ ਕਰਦਾ ਹਾਂ ਕਿਉਂਕਿ ਤੁਸੀਂ ਬਹੁਤ ਸਾਰੇ ਐਲਾਨ ਕੀਤੇ ਨੇ ਖਾਸ ਤੌਰ ਤੇ ਮਹਿਲਾਵਾਂ ਦੇ ਲਈ। ਇਹ ਸਿੱਧੂ ਮਾਡਲ ਹੈ, ਇੱਕ ਕਾਂਗਰਸ ਮਾਡਲ ਹੈ, ਇੱਕ ਇਹ ਪੰਜਾਬ ਮਾਡਲ ਹੈ, 2 ਇਹ ਸਭ ਦਾ ਸਾਂਝਾ ਮਾਡਲ ਹੈ, 3 ਇਹ ਹਰ ਪੰਜਾਬੀ ਦਾ ਹੱਕ ਸੱਚ ਦਾ ਮਾਡਲ ਹੈ, 4 ਇਹ ਉਹ ਮਾਡਲ ਹੈ ਜਿਵੇਂ ਰਾਤ ਨੂੰ ਚੰਦਰਮਾ ਨਾ ਤਾਰਿਆਂ 'ਚ ਬੈਠ ਕੇ ਆਪਦੀ ਬੜਾਈ ਹੱਕਦਾ ਤੇ ਜਦੋਂ ਸੂਰਜ ਉਹਦਾ ਹੁੰਦਾ ਨਾ ਠਾਂ ਕਰਕੇ ਸਵੇਰੇ, ਨਾ ਚੰਦਰਮਾ ਦਿਖਦਾ ਤੇ ਨਾ ਤਾਰੇ ਦਿਖਦੇ ਆ। ਇਹ ਉਹ ਮਾਡਲ ਹੈ ਜਿਹਦੇ ਤੇਜ ਦੇ ਵਿੱਚ ਸਾਰੇ ਤੇਜ ਵਹੀਨ ਹੋ ਜਾਣਗੇ, ਅਲੋਪ ਹੋ ਜਾਣਗੇ। ਕਿਉਂ? ਕਿਉਂਕਿ 17 ਸਾਲ ਦੇ ਮੇਰੇ ਅਨੁਭਵ ਨੇ। ਇਸ ਮਾਡਲ ਦਾ ਇੱਕ ਆਪਣਾ ਹੀ ਚਾਰਮ ਹੈ ਕਿਉਂਕਿ ਇਹ ਪੰਜਾਬ ਦੀ ਸਰਜ਼ਮੀਨ ਦੇ ਨਾਲ ਜੁੜਿਆ ਹੋਇਆ ਮਾਡਲ ਹੈ। ਔਰ ਜਿਹੜੀ 25 ਸਾਲ ਤੋਂ ਇੱਕ ਸਿਸਟਮੈਟਿਕ ਸਿਸਟਮ ਦੇ ਨਾਲ ਚੋਰੀ ਹੋ ਰਹੀ ਹੈ, ਠੇਕੇਦਾਰ ਅੱਗੇ ਰੱਖ ਕੇ ਜੀ, ਔਰ ਬੜੇ ਬੜੇ 50-100 ਪਰਿਵਾਰ ਪੰਜਾਬ ਨੂੰ ਲੁੱਟ ਰਹੇ ਨੇ, ਖਾ ਰਹੇ ਨੇ, ਨੋਚ ਰਹੇ ਨੇ। ਐਵਰੀ ਸ਼ਾਇਲੌਕ ਇਜ਼ ਡਿਮਾਂਡਿੰਗ ਹਿਜ਼ ਓਨ ਪਾਊਂਡ ਆਫ ਫਲੈਸ਼। ਉਸ ਸਿਸਟਮ ਦੇ ਖਿਲਾਫ ਲੜਾਈ ਹੈ, ਉਸ ਸਿਸਟਮ ਨੂੰ ਬਦਲਣ ਦੀ ਲੜਾਈ ਹੈ ਬੇਟਾ। ਔਰ ਸਭ ਤੋਂ ਵੱਡੀ ਚੀਜ਼ ਹੈ ਇਹਦੇ 'ਚ ਮੈਂ ਕੁਛ ਨਹੀਂ ਲੈਣਾ ਕਿ ਇਸ ਨੂੰ ਕਾਂਗਰਸ ਪ੍ਰਵਾਨ ਕਰੇਗੀ। ਜੋ ਤੁਸੀਂ ਅੱਜ ਸਭ ਕੁਝ ਐਲਾਨ ਕਰ ਰਹੇ ਹੋ, ਇਹ ਉਮੀਦ ਕੀਤੀ ਜਾਵੇ ਕਿ ਮੈਨੀਫੈਸਟੋ ਦਾ ਹਿੱਸਾ ਹੋਣਗੇ ਸਭ। ਜਦੋਂ ਪੰਜਾਬ ਦਾ ਪ੍ਰਧਾਨ ਬੋਲਦਾ, ਉਹ ਪਰਸਨਲ ਕੈਪੈਸਿਟੀ 'ਚ ਨਹੀਂ ਬੋਲਦਾ, ਉਹ ਕਾਂਗਰਸ ਦੇ ਵੱਲੋਂ ਹੀ ਬੋਲ ਰਿਹਾ ਹੈ। ਠੀਕ ਹੈ, ਉਹਦੀ ਆਵਾਜ਼ ਕਾਂਗਰਸ ਦੀ ਹੀ ਹੈ। ਉਹ ਤਾਕਤ ਜਿਹੜੀ ਹੈ, ਉੱਤਰਦਾਇਤਵ, ਯੋਗਿਅਤਾ ਔਰ ਤਾਕਤ ਨਾਲ ਚੱਲਦਾ ਹੈ। ਯੋਗਿਅਤਾ ਮੇਰੀ ਦੇਖੀ ਪ੍ਰਿਯੰਕਾ ਜੀ ਨੇ, ਰਾਹੁਲ ਜੀ ਨੇ, ਇਹ ਤਾਕਤ ਮੈਨੂੰ ਉਹਨਾਂ ਨੇ ਦਿੱਤੀ ਹੈ। ਸਮਝ ਨਹੀਂ? ਦੇਖੋ, ਜਦੋਂ ਤੁਸੀਂ ਕ੍ਰਿਕਟ ਖੇਡਦੇ ਸੀ, ਤੂੰ T20 ਦੀ ਗੱਲ ਕਰਦਾ, ਸਿੱਧੂ ਆਪਣੇ ਆਤਮ ਬਲ ਤੇ ਨਿਰਭਰ ਸੀ, ਆਪਣੀ ਆਤਮਾ ਤੋਂ ਅੱਜ ਵੀ ਬੋਲਦਾ ਹੈ। ਵਿਰੋਧੀ ਇਸ ਦੇ ਉੱਤੇ ਸਵਾਲ ਚੁੱਕ ਰਹੇ ਆ, ਕਹਿੰਦੇ ਕਿ ਜਦੋਂ ਸਿੱਧੂ ਕੇਜਰੀਵਾਲ ਐਲਾਨ ਕਰਦੇ ਨੇ ਤਾਂ ਫਿਰ ਕਹਿੰਦੇ ਨੇ ਕਿ ਇਹ ਖਿਰਾਤ ਦੇ ਰਿਹਾ ਪੰਜਾਬੀਆਂ ਨੂੰ, ਤੇ ਹੁਣ ਜਦੋਂ ਖੁਦ ਟਵੀਟ ਕਰ ਰਹੇ ਆ ਤੇ ਫਿਰ ਜਦੋਂ ਹੁਣ ਖੁਦ ਐਲਾਨ ਕਰ ਰਹੇ ਆ ਤੇ ਕੀ ਹੋ ਰਿਹਾ। ਤੇ ਮੈਂ ਇੱਕ ਛੋਟਾ ਜਿਹਾ ਉਹ ਕਹਿਣਾ, ਰਾਘਵ ਜੱਡਾ ਦਾ ਇੱਕ ਟਵੀਟ ਹੈ, ਉਹਨਾਂ ਨੇ ਇੱਕ ਸ਼ਬਦ ਦਾ ਇਸਤੇਮਾਲ ਕਰਿਆ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ, ਕਿ ਸਿੱਧੂ ਦਾ ਨਹੀਂ ਹੈ। ਇੱਕ ਪ੍ਰੂਫ ਦੇਣ ਦੀ ਲੋੜ ਹੈ ਸਿੱਧੂ ਨੂੰ। 6 ਇਲੈਕਸ਼ਨ ਤੂੰ ਕੱਲ ਦਾ ਲੋਲਾ ਆਦਮੀ ਇੱਥੇ ਪੰਜਾਬ ਚਲਾਉਣ ਆਇਆ ਹੈ? ਕੀ ਤੂੰ ਦੁੱਕੀ ਬੰਦਾ ਹੈ? ਗੱਲਾਂ ਕੀ ਕਰਦਾ ਹੈ? ਮੈਨੂੰ ਕੋਈ ਪ੍ਰੂਫ ਦੇਣ ਦੀ ਲੋੜ ਨਹੀਂ, ਮੈਂ ਇਹਦੇ ਨਾਲ ਕਦੇ ਉਲਝਿਆ ਹੀ ਨਹੀਂ। ਪਹਿਲਾਂ ਵੀ ਇਹਨੇ ਇੱਕ ਗੰਦਾ ਜਿਹਾ ਕਮੈਂਟ ਕੀਤਾ ਸੀ ਤੇ ਮੈਂ ਇਹ ਗੱਲ ਕਹੀ ਸੀ ਵੀ ਭਾਈ ਅਸੀਂ ਬਾਂਦਰਾਂ ਤੋਂ ਆਏ ਹਾਂ, ਸੁਣਿਆ ਸੀ, ਤੇ ਤੂੰ ਬੰਦਾ ਬਣ ਭਾਈ। ਸਮਝਿਆ ਨਹੀਂ? ਮੈਂ ਇੰਨੀ ਗੱਲ ਕਹਿਣਾ ਚਾਹੁੰਦਾ, ਸਿੰਪਲ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਭਾਈ ਕੇਜਰੀਵਾਲ ਨੂੰ ਇਹ ਪੁੱਛ ਕਿ ਜੇ ਇੰਨਾ ਹੀ ਤਕੜੀ ਚੀਜ਼ ਸੀ, ਫਿਰ 18 ਸਾਲ ਤੋਂ ਉੱਤੇ ਬੱਚਿਆਂ ਨੂੰ ਕਿਉਂ ਇਲੈਕਸ਼ਨ ਜਿੱਤਣਾ ਹੈ? 18 ਸਾਲ ਤੋਂ ਥੱਲੇ ਵਾਲੀਆਂ ਬੱਚੀਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਔਰ ਕਾਂਗਰਸ ਇਨਵੈਸਟ ਕਰ ਰਹੀ ਹੈ। ਅਸੀਂ ਆਪਣੀ ਅਗਲੀ ਜਨਰੇਸ਼ਨ 'ਚ ਇਨਵੈਸਟ ਕਰ ਰਹੇ ਹਾਂ, ਅਸੀਂ ਐਜੂਕੇਸ਼ਨ 'ਚ ਇਨਵੈਸਟ ਕਰ ਰਹੇ ਹਾਂ। ਇਹ ਸਾਰੇ ਲਾਭ ਫਾਇਦਿਆਂ ਦੇ ਨਹੀਂ, ਇਹ ਰਾਹੁਲ ਗਾਂਧੀ ਜੀ ਦੀ ਵਿਜ਼ਨ ਹੈ, ਇਹ ਸੋਨੀਆ ਮੈਡਮ ਦੀ ਵਿਜ਼ਨ ਹੈ, ਜਿਹੜੀ ਅਸੀਂ ਲਾਗੂ ਕੀਤੀ ਹੈ 50% ਮਿਊਨਿਸਪੈਲਿਟੀਆਂ ਨੂੰ ਪੂਰੀ ਤਰ੍ਹਾਂ ਇਲੈਕਸ਼ਨ ਲੜਾ ਕੇ। 50% ਔਰਤਾਂ ਲੜੀਆਂ ਨੇ ਉੱਥੇ, ਅੱਧੀ ਆਬਾਦੀ ਨੂੰ ਪੂਰਾ ਹੱਕ ਦੇ ਰਹੇ ਹਨ। ਬਹੁਤ ਧਿਆਨ ਨਾਲ ਸੁਣ ਬੇਟਾ, ਇਹ ਕੀ ਹੈ? ਇਹ ਇਨਵੈਸਟਮੈਂਟ ਹੈ। ਜਿਸ ਤਰ੍ਹਾਂ ਬੈਂਕ ਦੇ ਵਿੱਚ FDR ਕਰਾਈ ਦੀ ਹੈ ਨਾ, ਸੂਦ ਸਮੇਤ ਵਾਪਸ ਆਉਂਦਾ। 5ਵੀਂ ਪਾਸ ਕਰੂਗੀ ਕੁੜੀ, ਡ੍ਰੌਪ ਆਊਟ ਸਭ ਤੋਂ ਜ਼ਿਆਦਾ ਨੇ ਕੁੜੀਆਂ, ਮੁੰਡੇ ਨਹੀਂ। ਕੁੜੀਆਂ ਡਬਲ ਨੇ। ਠੀਕ ਹੈ, ਕੁੜੀਆਂ ਦੇ ਨਾਮ ਦੇ ਉੱਤੇ ਰਜਿਸਟਰੀਆਂ 1.82% ਵੀ ਨਹੀਂ। ਇਸ ਕਰਕੇ ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ 5ਵੀਂ ਪਾਸ ਕਰੂਗੀ। ਸਾਨੂੰ ਉਹਦੇ 'ਚ ਇਲੈਕਸ਼ਨ ਦਾ ਕੀ ਫਾਇਦਾ ਭਾਈ? ਜੇ ਉਹ 5ਵੀਂ ਪਾਸ ਕਰੂਗੀ 5000, 8ਵੀਂ ਪਾਸ ਕਰੂਗੀ 10000, ਜੇ ਉਹ 10ਵੀਂ ਪਾਸ ਕਰੂਗੀ ਉਹਨੂੰ ਇੱਕ ਕੰਪਿਊਟਰ ਟੈਬਲੇਟ ਦਿੱਤੀ ਜਾਊਗੀ ਤੇ ਨਾਲੇ 15000, 12ਵੀਂ ਪਾਸ ਕਰੂਗੀ 20000 ਨਾਲ ਸਕੂਟੀ ਕਾਲਜ ਦੇ ਵਿੱਚ ਜਾਣ ਨੂੰ। ਇਹ ਐਜੂਕੇਸ਼ਨ, ਜਦੋਂ ਤੁਸੀਂ ਕਿਸੇ ਕੁੜੀ ਨੂੰ, ਕਿਸੇ ਪਰਿਵਾਰ ਦੀ ਕੁੜੀ ਨੂੰ ਐਜੂਕੇਟ ਕਰਦੇ ਹੋ ਤਾਂ ਤੁਸੀਂ ਉਸ ਪਰਿਵਾਰ ਨੂੰ ਐਜੂਕੇਸ਼ਨ ਦੇ ਰਹੇ ਹੋ। शिक्षा कामधेनु गाय है, ये वेद लिखते हैं, मैं नहीं, मेरी माँ सिखाती हुई। सुन ला, शिक्षा कामधेनु गाय है, हर इच्छा को पूरा करने वाला।
पैरों पे खड़ा करता है, हर इच्छा को पूरा करने वाली। ये वो धन है जो विदेशों में भी चोरी नहीं कर सकता, कुरूप को सुंदर बना देता है। समझ कि शिक्षा ਦੇ ਵਿੱਚ ਇਨਵੈਸਟ ਕਰ ਰਹੇ ਹਾਂ। ਨੰਬਰ 2 ਐਂਟਰਪ੍ਰੈਨਰ ਬਣਾ ਰਹੇ ਹਾਂ, ਸਕਿੱਲ ਦੇ ਰਹੇ ਹਾਂ, ਹੁਨਰ ਨੂੰ ਤਰਾਸ਼ ਰਹੇ ਹਾਂ, ਉਸ ਹੁਨਰ ਨੂੰ ਕੋਈ ਕਲਾ ਸਿਖਾ ਰਹੇ ਹਾਂ। 23 ਡਿਸਟ੍ਰਿਕਟਾਂ ਦੇ ਵਿੱਚ ਪੰਜਾਬ ਦੇ 23 ਸਕਿੱਲ ਡਿਵੈਲਪਮੈਂਟ ਸੈਂਟਰ, ਜਿਹੜੇ ਪੁਰਾਣੇ ਸਕਿੱਲ ਡਿਵੈਲਪਮੈਂਟ ਸੈਂਟਰ ਸਵਾਇ ਧੰਦੇ ਦੇ ਕੁਝ ਕਰਦੇ ਆ, 4000 ਤੋਂ ਉੱਤੇ ਨੌਕਰੀ ਨਹੀਂ ਦੇ ਸਕਦੇ। ਫਿਰ ਜੇ ਉਹ ਬੁਨਕਰੀ ਸਿੱਖਦੀ ਹੈ, ਜੇ ਉਹ ਰਸੋਈ ਦਾ ਉਹ ਕੰਮ ਸਿੱਖਦੀ ਹੈ, ਫਿਰ ਜੇ ਉਹ ਸਿਲਾਈ ਦੀ ਮਸ਼ੀਨ ਵੀ ਸਿੱਖਦੀ ਹੈ, ਸਮਝਦੇ ਨਹੀਂ, ਉਹ ਸਿਲਾਈ ਦੀ ਮਸ਼ੀਨ ਵੀ ਅਗਰ ਉਹ ਸਿੱਖ ਕੇ ਉਹਦੇ ਕੋਲ ਕਲਾ ਆ ਗਈ, ਉਹਦੇ ਕੋਲ ਸਰਟੀਫਿਕੇਟ ਆ ਗਿਆ, ਤੇ ਫਿਰ ਅਸੀਂ 2 ਲੱਖ ਤੋਂ 16 ਲੱਖ ਤੱਕ ਉਹਨੂੰ ਇੰਟਰਸਟ ਫ੍ਰੀ ਲੋਨ ਦੇਣ ਨੂੰ ਤਿਆਰ ਹਾਂ। ਸਮਝਦਾ? ਹੁਣ ਅਗਲੀ ਆ ਭਾਈ, ਅਸੀਂ ਕੀ ਇੱਜ਼ਤ ਦਿੱਤੀ ਹੈ, ਕੀ ਸਨਮਾਨ ਦਿੱਤਾ ਉਸ ਗ੍ਰਹਿਣੀ ਨੂੰ। ਤੇਰੀ ਵੀ ਮਾਂ ਹੈ, ਮੇਰੀ ਵੀ ਮਾਂ ਸੀ, ਚੁੱਲ੍ਹਿਆਂ ਦੇ ਉੱਤੇ ਬਿਠਾ ਕੇ ਰੋਟੀਆਂ ਖਵਾਉਂਦੀਆਂ ਨੇ, ਠੀਕ ਹੈ, ਘਰ ਵਾਲੇ ਨੂੰ ਸਵੇਰੇ ਤਿਆਰ ਕਰਕੇ ਭੇਜਦੀਆਂ, ਬੱਚਿਆਂ ਨੂੰ ਤਿਆਰ ਕਰਕੇ ਭੇਜਦੀਆਂ ਨੇ। ਕੀ ਹੈ ਉਹਨਾਂ ਦੀ ਜ਼ਿੰਦਗੀ? ਸ਼ਾਮ ਤੱਕ ਫਿਰ ਉਡੀਕਦੀਆਂ ਰਹਿੰਦੀਆਂ, ਫਿਰ ਫੋਨ ਕਰਦੀਆਂ ਰਹਿੰਦੀਆਂ ਨੇ। ਭਾਈ ਉਸ ਮਾਂ ਦੇ ਲਈ, ਉਸ ਗ੍ਰਹਿਣੀ ਦੇ ਲਈ, ਉਸ ਬੀਵੀ ਦੇ ਲਈ, ਹੈ ਜਿਹੜੀ ਪਤੀਵਰਤਾ, ਉਹਦੇ ਲਈ ਅਸੀਂ ਇੱਕ ਸਨਮਾਨ ਦੀ ਗੱਲ ਕੀਤੀ ਹੈ ਵੀ ਭਾਈ ਤੈਨੂੰ 8 ਸਿਲੰਡਰ ਦੇਾਂਗੇ ਤੇ ਨਾਲ ਤੈਨੂੰ 2000 ਰੁਪਏ ਮਹੀਨਾ ਦੇਾਂਗੇ। ਪਰ ਹੁਣ ਇਹ ਕਹਿੰਦਾ ਫਰੀ ਵੀ ਕਿੱਥੋਂ ਆ? ਇਹ ਸਾਡੀ ਇਨਵੈਸਟਮੈਂਟ ਹੈ ਇੱਕ ਸਿਸਟਮ ਨੂੰ ਬਦਲਣ ਵਾਸਤੇ। ਉਹਨਾਂ ਚੋਰਾਂ ਨੂੰ ਜਿਹੜੇ ਕੇਬਲ ਦੇ ਵਿੱਚੋਂ ਹਜ਼ਾਰਾਂ ਕਰੋੜ ਕਮਾਉਂਦੇ ਆ, ਜਿਹੜੇ ਸੈਂਡ ਮਾਫੀਆ ਦੇ ਵਿੱਚੋਂ ਖਰਬਾਂ ਕਮਾ ਕੇ ਘਰ ਬਣਾਉਂਦੇ ਆ, 100 ਕਰੋੜ ਰੁਪਏ ਕਮਾਉਂਦੇ ਆ, ਜਿਹੜੇ ਸ਼ਰਾਬ ਦੇ ਵਿੱਚੋਂ ਨਕਲੀ ਸ਼ਰਾਬ ਵੇਚ ਕੇ ਲੋਕਾਂ ਨੂੰ ਮਾਰ ਕੇ ਇੱਕ ਮਾਫੀਆ ਚਲਾਉਂਦੇ ਆ, ਉਹਨਾਂ ਦੀਆਂ ਜੇਬਾਂ ਚੋਂ ਕੱਢ ਕੇ ਅਗਰ 50% ਆਬਾਦੀ ਨੂੰ, ਇੱਥੇ ਤਾਂ ਕਹਿੰਦੇ ਲੱਖ ਕਰੋੜ ਤੇ 5000 ਕਰੋੜ ਦਾ ਵੀ ਇਹ ਫਾਇਦਾ ਦੇਤਾ ਤੇ ਚੁੱਭਦਾ ਹੈ। ਇੱਕ ਗੱਲ ਹੋਰ ਸੁਣ, ਪੁੱਛ ਕੇਜਰੀਵਾਲ ਨੂੰ, ਪੁੱਛ ਉਹਦੀ ਕੈਬਨਿਟ 'ਚ ਕੋਈ ਔਰਤ ਹੈ, ਪੁੱਛ ਕੋਈ ਮਹਿਲਾ ਹੈ, ਪੁੱਛ ਕੋਈ ਪੰਜਾਬੀ ਹੈ, ਪੁੱਛ ਉਹਨੂੰ ਕਿ ਉਹਨੇ 8 ਲੱਖ ਨੌਕਰੀਆਂ ਕਹੀਆਂ ਸੀਗੀਆਂ 440 ਦਿੱਤੀਆਂ। ਪੁੱਛ ਉਹਨੂੰ ਕਿ 22000 ਟੀਚਰਾਂ 'ਚ ਸਿੱਧੂ ਬੈਠ ਕੇ ਆਇਆ, ਉਹ ਕੀ ਕਹਦੇ ਆ? ਬੰਧੂਆ ਮਜ਼ਦੂਰ ਬਣਾ ਰੱਖਿਆ ਨੇ, ਬੰਧੂਆ ਮਜ਼ਦੂਰ। ਤੇ 18 ਸਾਲ ਤੋਂ ਉੱਪਰ ਵਾਲੀ ਨੂੰ ਕਿਉਂ? ਤੇ ਭਾਈ ਦਿੱਲੀ ਦੇ ਵਿੱਚ ਦਿੱਤਾ ਇਹ 4.5 ਸਾਲ ਬਾਅਦ ਪੰਜਾਬ ਕਿਉਂ ਯਾਦ ਆਇਆ? ਜਦੋਂ ਸਿੱਧੂ ਲੜਦਾ ਹੁੰਦਾ ਸੀਗਾ ਡਰੱਗਸ ਦੇ ਲਈ, ਤੂੰ ਵੀ ਆਇਆ ਸੀ ਇੱਥੇ, ਮੌਸਮੀ ਡੱਡੂ ਵਾਂਗਾ ਜੇ ਟਰ ਕਰਦੇ ਹੋ ਤੁਸੀਂ। ਤੇ ਭਾਈ ਜਦੋਂ ਉਦੋਂ ਤੁਸੀਂ ਆਏ ਸੀ ਇੱਥੇ, ਤੁਸੀਂ ਤਲਵੇ ਚੱਟ ਕੇ ਗਏ ਬਿਕਰਮ ਮਜੀਠੀਏ ਦੇ, ਤੁਹਾਨੂੰ ਕਚਹਿਰੀ ਜਾਣਾ ਚੰਗਾ ਨਹੀਂ ਸੀ ਲੱਗਦਾ ਹੈ? ਤੁਸੀਂ ਨੋਟੀਫਾਈ ਕੀਤੇ ਕਾਲੇ ਕਾਨੂੰਨ, ਫਿਰ ਡਰਾਮਾ। ਪਰ ਸਿੱਧੂ ਸਾਹਿਬ ਦੇਖੋ, ਉਹ ਤਰਕ ਕੀ ਦਿੰਦੇ ਹੋ? ਕਹਿੰਦੇ ਕਿ ਦੇਖੋ ਸਾਡੇ ਕੋਲ 49 ਦਿਨ ਦੀ ਸਰਕਾਰ ਬਣੀ ਸੀ, ਫਿਰ 5 ਸਾਲ ਚਲਾਈ, ਹੁਣ ਫਿਰ ਦੁਬਾਰਾ ਆ ਗਈ ਸਰਕਾਰ, ਕਿ ਲੋਕਾਂ ਨੇ ਪ੍ਰਵਾਨ ਕੀਤਾ ਨਾ ਦਿੱਲੀ 'ਚ। ਤਰਕ ਦਿੰਨਾ, ਜਵਾਬ ਦੇਵੇ। ਵੈਸੇ ਮੈਂ ਕਹਿੰਦਾ 2002 ਦੇ ਵਿੱਚ ਇੱਕ ਸੰਪੰਨ ਸਰਕਾਰ ਦਿੱਤੀ ਸੀ, ਸੈਲਫ ਸਫੀਸ਼ੀਐਂਟ ਸਰਕਾਰ ਦਿੱਤੀ ਸੀ, ਜਿਹੜੀ ਪੂਰੀ ਤਰ੍ਹਾਂ ਪੈਸਿਆਂ ਨਾਲ ਲੋਡਡ ਸੀ। 34000 ਕਰੋੜ ਰੁਪਏ ਪੁਲਿਸ ਦੇ ਉੱਤੇ, 9000 ਕਰੋੜ ਰੁਪਏ ਐਨਡੀਐਮਸੀ ਦੇ ਉੱਤੇ, 8000 ਕਰੋੜ ਰੁਪਏ ਯੂਨੀਵਰਸਿਟੀਆਂ ਦੇ ਉੱਤੇ, 3000 ਕਰੋੜ ਰੁਪਏ। ਅਸੀਂ 100 ਕਰੋੜ ਰੁਪਏ ਦੇ ਸੈਂਟਰ ਦੀ ਸਰਕਾਰ ਖਰਚਾ ਕਰਦੀ ਹੈ। ਤੂੰ ਤਾਂ ਚੈੱਕ ਕੱਢਦਾ ਬੈਠ ਕੇ, ਓਏ ਸੈਲਫ ਸਫੀਸ਼ੀਐਂਟ ਸਰਕਾਰ ਇਹ ਕਿਵੇਂ ਚਲਾਏਗਾ? ਕਹਿੰਦਾ ਮੈਂ 20000 ਕਰੋੜ ਰੁਪਏ ਸੈਂਟ ਚੋਂ ਕੱਢ ਲੂੰਗਾ। ਕਿਉਂ ਕਹਿੰਦਾ? ਕਿਉਂਕਿ ਪਾਉਂਟੀ ਚੱਡੇ ਨਾਲ ਡੀਲ ਕਰ ਲਈ, ਕਿਉਂਕਿ ਦੀਪ ਮਲਹੋਤਰਾ ਅਕਾਲੀ ਦਲ ਦਾ ਹਾਰਿਆ ਹੋਇਆ ਕੈਂਡੀਡੇਟ, ਉਹਨਾਂ ਨਾਲ ਡੀਲ ਕਰ ਲਈ, ਸ਼ਰਾਬ ਗਹਿਣੇ ਰੱਖਤੀ, ਘਰ ਦੇ ਵਿੱਚ ਪ੍ਰਾਈਵੇਟਾਈਜ਼ ਕਰਤੀ, ਪੈਸੇ ਕਮਾਉਂਦਾ। ਐਨਆਰਆਈਆਂ ਤੋਂ ਪੁੱਛ ਕੇ ਦੇਖ ਉਹਨਾਂ ਦਾ ਵਿਸ਼ਵਾਸ ਕਿਉਂ ਟੁੱਟਿਆ? ਤੁਸੀਂ ਕਹਿੰਦੇ ਹੁੰਦੇ ਬਸ ਇਹ ਹੈ ਕਿ ਇਹਨੂੰ 50 ਲੱਖ ਦੇ ਕੇ ਸਰਵੇ, ਇਹਨੂੰ ਫਲਾਨਾ ਦੇ ਕੇ ਸਰਵੇਆਂ ਨਾ ਜਿੱਦਾਂ। ਪਿਛਲੀ ਵਾਰ ਕਹਿੰਦੇ 100 ਸੀਟਾਂ ਕਿੰਨੀਆਂ ਆਈਆਂ? ਇਹ ਗੱਲਾਂ ਗਲਤ ਹੈ। ਇਹ ਸਰਵੇ ਤਾਂ ਤੂੰ ਕਿਸੇ ਨੂੰ ਪੁੱਛ ਕੇ ਕਰਾ ਲੈ। ਮੈਂ ਅੱਜ ਦੇ ਦੇਣਾ ਕਿਸੇ ਨੂੰ, ਅਗਲਾ ਨਾਲ ਦੀ ਨਾਲ। ਈਮਾਨ ਰੱਖੀਏ ਬੰਦਾ, ਮਤਲਬ ਇਹ ਕਿ 250 ਬੰਦੇ ਹਾਇਰ ਕਰ ਲਏ, ਫਲਾਣੇ ਨੂੰ ਐਂ ਕਰਤਾ, ਫਲਾਣੇ ਨੂੰ, ਉਹ ਕੋਈ ਰੋਡ ਮੈਪ ਦਿਓ, ਕਿਸੇ ਤਰਕ ਦੇ ਉੱਤੇ ਗੱਲ ਕਰੋ, ਕੋਈ ਐਸੀ ਚੀਜ਼। ਹੁਣ ਅਸੀਂ ਕਿਹਾ 1.8% ਕੁੜੀਆਂ ਦੀਆਂ ਰਜਿਸਟਰੀਆਂ ਹੋਈਆਂ ਨੇ। ਜੇ ਕੋਈ ਵੀ ਘਰ ਆਪਣੀ ਕੁੜੀ ਦੇ ਨਾਮ ਪ੍ਰਾਪਰਟੀ ਲਵਾਏਗਾ ਫ੍ਰੀ, ਨਹੀਂ ਬਜਟ ਕਿੱਥੋਂ ਆਏਗਾ? ਨਹੀਂ ਸਿੱਧੂ ਸਾਹਿਬ ਬਜਟ ਕਿੱਥੋਂ ਆਏਗਾ? ਦੇਖੋ ਕਹਿੰਦੇ ਇੱਕ ਜੇ ਤੁਸੀਂ 2000 ਦਿੰਦੇ ਹੋ ਤਾਂ ਕਰੀਬ 12000 ਕਰੋੜ ਸਾਲ ਹੋ ਗਿਆ, 1000 ਕਰੋੜ ਚਾਹੀਦਾ ਤੁਹਾਨੂੰ ਸਿਲੰਡਰਾਂ ਵਾਸਤੇ। ਖੈਰ ਨਾ ਯਾਰ, ਕੀ ਗੱਲਾਂ ਕਰੀ ਜਾਂਦਾ? ਤੇ ਬਜਟ 1 ਲੱਖ ਕਰੋੜ ਰੁਪਏ ਦੀ ਜਦੋਂ ਮਾਫੀ ਕੀਤੀ, ਉਹ ਕਿੱਥੋਂ ਆਏਗਾ? 26 ਲੱਖ ਨੌਕਰੀ ਦੀ ਤੂੰ ਗੱਲ ਕਰਦਾ, ਉਹ ਕਿੱਥੋਂ ਆਏਗਾ ਓਏ? ਹੈ ਉਹ ਉਦੋਂ ਬਜਟ ਨਹੀਂ ਸੋਚਦਾ। ਮੈਂ ਤਾਂ ਨਾ ਬਜਟ ਆਏਗਾ, ਦਾਰੂ ਚੋਂ ਕੱਲੀ ਚੋਂ 25000 ਕਰੋੜ ਰੁਪਏ ਆਏਗਾ। ਤੁਸੀਂ 3000 ਕਰੋੜ ਰੁਪਏ ਕਮਾਉਣੇ ਹੋ, ਤਾਮਿਲਨਾਡੂ 37000 ਕਰੋੜ ਰੁਪਏ ਕਹਿੰਦਾ। ਤੂੰ ਕਹਿ ਸਕਦਾ ਹੈ ਪੌਂਟੀ ਚੱਡੇ ਕੋਲ ਦਲਾਲੀ ਕਰਦਾ? ਤੂੰ ਸਮਝਿਆ ਨਹੀਂ? ਤੁਸੀਂ ਕੇਜਰੀਵਾਲ ਤੇ ਇਲਜ਼ਾਮ ਲਾ। ਬਿਲਕੁਲ ਇਲਜ਼ਾਮ ਨਹੀਂ, ਸੱਚ। 2 ਜ਼ੋਨ ਦੀ ਪਾਲਿਸੀ ਬਦਲ ਕੇ ਨੇ 4 ਜ਼ੋਨ ਕੀਤੀ ਹੈ। ਮੁਕਰੇ ਆਵੇ ਮੈਦਾਨ 'ਚ ਹੈ, ਕਿੱਡਾ ਕੁ ਬੰਦਾ ਹੈ? ਐਡਾ ਡਰਪੋਕ ਆਦਮੀ ਹੈ, ਇਹਨੂੰ ਕੋਈ ਬੰਦਾ ਆਪਣੇ ਆਲੇ ਦੁਆਲੇ ਤਕੜਾ ਚਾਹੀਦਾ ਹੀ ਨਹੀਂ। ਸਮਝਿਆ ਨਹੀਂ? ਧੋਖੇਬਾਜ਼ ਆਦਮੀ ਹੈ, ਫਰਾਡ ਆਦਮੀ ਹੈ। ਮੈਨੂੰ ਦੱਸ ਨਾ, 18 ਸਾਲ ਤੋਂ ਥੱਲੇ ਵਾਲੀ ਕੁੜੀਆਂ ਨੂੰ ਕਿਉਂ ਨਹੀਂ ਦੇ ਰਿਹਾ ਤੂੰ? ਉਹਨਾਂ ਨੂੰ ਜ਼ਰੂਰੀ ਹੈ ਸਿੱਖਿਆ ਦੇ ਵਾਸਤੇ। ਕੀ ਕੀਤਾ ਤੂੰ?
ਮੈਨੂੰ ਦੱਸ ਤਾਂ ਸਹੀ ਕੀ ਕੀਤਾ। ਬਿਜਲੀ ਦੀ ਗੱਲ ਕਰਦਾ ਤੂੰ, ਹਾਂਜੀ ਤੂੰ ਕਹਿੰਦਾ ਬਿਜਲੀ ਮੈਂ ਬੜਾ ਮਾਰਕਾ ਮਾਰਿਆ। 1800 ਕਰੋੜ ਰੁਪਏ ਦੀ ਸਬਸਿਡੀ ਦਿੰਦੇ ਹੋ ਤੁਸੀਂ, 13 ਰੁਪਏ ਦੀ ਇੰਡਸਟਰੀ ਨੂੰ ਬਿਜਲੀ ਦਿੰਦੇ ਹੋ, ਅਸੀਂ 9 ਰੁਪਏ ਦਿੰਦੇ ਆ। ਅਸੀਂ 14000 ਕਰੋੜ ਰੁਪਏ ਦੀ ਬਿਜਲੀ ਦਿੰਦੇ ਆ ਸਬਸਿਡੀ। ਹਾਂ ਸਬਸਿਡੀ, ਬਿਲਕੁਲ ਸਬਸਿਡੀ। ਤੇਰੇ ਕੋਲ 4 ਖੇਤ ਨਹੀਂ, ਪੂਰੇ 60% ਖੇਤੀ ਹੈ। ਕੀ ਪਲਾਨ ਹੈ ਤੇਰਾ, ਕੀ ਰੋਡ ਮੈਪ ਹੈ? ਸਿੱਧੂ 4 ਸਾਲ ਦਾ ਲੜਦਾ ਹੈ, ਰੋਡ ਮੈਪ ਦਿੰਦਾ ਹੈ, ਕੋਲਡ ਸਟੋਰੇਜਾਂ ਦੀ ਗੱਲ ਕਰਦਾ ਹੈ, ਸਿੱਧੂ ਕੋਆਪਰੇਟਿਵ ਦੀ ਗੱਲ ਕਰਦਾ ਹੈ, ਸਿੱਧੂ ਹਰ ਰੋਜ਼ ਇਹ ਕਹਿੰਦਾ ਕਿ ਡਾਈਵਰਸਿਫਿਕੇਸ਼ਨ ਚਾਹੀਦੀ ਹੈ। ਸਿੱਧੂ ਕਹਿੰਦਾ ਅਸੀਂ ਆ ਆਇਲ ਸੀਡਾਂ ਦੇ ਉੱਤੇ। ਇਹ ਸਿੱਧੂ ਨਹੀਂ ਹੈ, ਇਹ ਕਾਂਗਰਸ ਹੈ। ਇਹਨੂੰ ਪਟਕਾਉਣ ਦੀ ਕੋਈ, ਜਦੋਂ ਸਿੱਧੂ ਦੇ ਖਿਲਾਫ ਕੁਝ ਹੈ ਨਹੀਂ ਤੇ ਸ਼ੁਰਲੀਆਂ ਛੱਡੋ, ਸ਼ਗੂਫੇ ਛੱਡੋ। ਮਿੱਤਰ ਪਿਆਰੇ, ਇਹ ਇਨਵੈਸਟਮੈਂਟ ਹੈ ਅਗਲੀ ਜਨਰੇਸ਼ਨ 'ਚ। ਇਹ ਇਲੈਕਸ਼ਨ ਅਗਲੇ ਇਲੈਕਸ਼ਨ ਲਈ ਨਹੀਂ ਹੈ। ਅੱਧੀ ਆਬਾਦੀ ਦੇ ਵਿੱਚ ਇੱਕ ਇਨਵੈਸਟਮੈਂਟ ਹੈ ਭਾਈ, ਇੱਕ ਇਨਵੈਸਟਮੈਂਟ ਹੈ ਅਗਲੀ ਜਨਰੇਸ਼ਨ ਦੇ ਵਿੱਚ। ਇਸ ਗੱਲ ਨੂੰ ਸਮਝੋ। ਅਸੀਂ ਐਂਟਰਪ੍ਰੈਨਰ ਬਣਾਉਣਾ ਚਾਹੁੰਦੇ ਹਾਂ। ਕੁੜੀਆਂ ਕਿਉਂ ਨੌਕਰੀ ਮੰਗਣ, ਉਹ ਨੌਕਰੀ ਦੇਣ। ਜਦੋਂ ਕੋਈ ਕੁੜੀ ਕਈ ਕਲਾ ਸਿੱਖ ਕੇ ਆਏਗੀ ਤੇ ਉਹ ਨੌਕਰੀ 2 ਲੱਖ ਦਾ ਇੰਟਰਸਟ ਫ੍ਰੀ ਲੋਨ ਦੇਾਂਗੇ ਭਾਈ। ਜੇ ਉਹਨੇ ਐਜੂਕੇਸ਼ਨ ਕਰਨੀ ਉਹਦੇ ਲਈ 2 ਲੱਖ ਰੁਪਏ ਦਾ ਲੋਨ ਦੇ, 2 ਤੋਂ 16 ਤੱਕ ਲੋਨ ਦੇਾਂਗੇ। ਕੀਤਾ ਕਦੇ ਇਹਨੇ? ਇਹ ਭਾਈ ਕੀ ਹੈ ਇਹ? ਤੈਨੂੰ ਲੱਗਦਾ ਵੀ ਇਹ ਫ੍ਰੀ ਵੀ ਹੈ? ਉਸ 25000 ਕਰੋੜ ਨੂੰ, 40000 ਕਰੋੜ ਨੂੰ ਮਾਫੀਆ ਦੀ ਜੇਬ ਚੋਂ ਕੱਢ, 80000 ਕਰੋੜ ਬਣਦਾ ਹੈ ਭਾਈ। ਸਾਡੇ ਖਰਚੇ, ਕੋਈ ਘਰ ਦੇ ਭਾਂਡੇ ਵੇਚ ਕੇ ਛੋਟੇ ਭਾਈ ਘਰ ਚਲਾ ਸਕਦਾ ਹੈ? ਦੱਸ ਨਾ। 1,40,000 ਕਰੋੜ ਰੁਪਏ ਦੇ ਖਰਚੇ ਸਾਡੇ, ਤੇ 75000 ਕਰੋੜ ਰੁਪਇਆ ਅਸੀਂ ਮੰਗ ਕੇ ਖਾਂਦੇ ਆ ਬੋਰੋਇੰਗ। 25000 ਕਰੋੜ ਰੁਪਇਆ ਉਹਦੇ ਉੱਤੇ, 25000 ਕਰੋੜ ਰੁਪਇਆ ਉਹਦੇ ਸੂਦ ਹੈ, ਸਮਝਦਾ। ਉਸ ਤੋਂ ਇਲਾਵਾ 18000 ਕਰੋੜ ਰੁਪਇਆ ਸਾਡਾ ਜੂਨ 'ਚ ਬੰਦ ਹੋਊਗਾ। ਅਸਲੀ ਚੈਲੰਜ ਤੇ ਉਹ ਹੈ। 18000 ਕਰੋੜ ਰੁਪਇਆ ਸਾਡਾ। 7000 ਕਰੋੜ ਰੁਪਇਆ ਅੱਜ ਸਟੇਟ ਦੇ ਉੱਤੇ ਐਕਸਚੇਕਰ ਦੇ ਉੱਤੇ ਬੋਝ ਪਿਆ ਕਿ 10 ਰੁਪਏ ਅਸੀਂ ਪੈਟਰੋਲ ਦੇ ਘਟਾਇਆ। ਕੀ 5 ਸਾਲ ਘਟਾ ਸਕਦੇ ਆ? ਹਾਂਜੀ, ਕੀ 1000 ਕਰੋੜ ਰੁਪਇਆ ਦੇ ਸਕੇ ਆ? ਆ ਜਿਹੜੇ ਤੁਹਾਨੂੰ ਲੱਗਦਾ ਇਲੈਕਸ਼ਨ ਤੋਂ ਬਾਅਦ ਪੈਟਰੋਲ ਮਹਿੰਗਾ ਹੋ ਸਕਦਾ? ਮੇਰੀ ਗੱਲ ਨੂੰ ਸੁਣ, ਕੋਈ ਗਾਰੰਟੀ ਦੇ ਸਕਦਾ ਹੈ? ਕੀ ਕਰੋਗੇ? ਨਹੀਂ, ਪੰਜਾਬ ਆਪਣੇ ਲੈਵਲ ਤੇ ਤਾਂ ਦੱਸ ਦੇਵੇ ਨਾ, ਕਿਉਂਕਿ ਆਪਣੇ ਤਾਂ ਵੈਟ ਘਟਾਇਆ ਸੀ ਪੰਜਾਬ ਵਾਲਿਆਂ ਨੇ। ਇੱਕ ਗੱਲ ਨੂੰ ਸੁਣ ਯਾਰ ਮਿੱਤਰ ਪਿਆਰੇ, ਸਰਕਾਰ ਤੇ ਚਲਾਉਣੀ ਹੈ ਨਾ, ਹਵਾ ਨਾਲ ਤੇ ਚੱਲਣੀ ਨਹੀਂ। ਫਿਸਕਲ ਡੈਫਿਸਿਟ ਕੀ ਹੁੰਦਾ, ਮੈਂ ਪੰਜਾਬੀਆਂ ਨੂੰ ਸਮਝਾਉਣਾ ਚਾਹੁੰਦਾ। ਮੇਰੀ ਇਨਕਮ ਹੋਵੇ 100 ਰੁਪਏ ਤੇ ਖਰਚਾ ਹੋਵੇ 190 ਰੁਪਏ, 90 ਰੁਪਏ ਫਿਸਕਲ ਡੈਫਿਸਿਟ ਹੈ। ਪੰਜਾਬ ਦਾ 1,05,000 ਕਰੋੜ ਫਿਸਕਲ ਡੈਫਿਸਿਟ ਹੈ। ਕੋਈ ਮੁੱਕਰ ਕੇ ਦਿਖਾਏ? ਕਿੱਦਾਂ ਚਲਾਉਂਗੇ ਸਰਕਾਰ? ਫਿਰ ਉਹੀ ਸਵਾਲ ਪੁੱਛਣੇ ਨਾ ਕਿ ਜਿਹੜਾ ਬਜਟ ਵਾਲਾ। ਮੈਂ ਸਿੱਧੂ ਸਾਹਿਬ ਇੱਕ ਹੋਰ ਚੀਜ਼ ਮੈਂਸ਼ਨ ਕਰਦਾ, ਤੁਸੀਂ ਰੇਤੇ ਦੇ ਉੱਤੇ ਬੜੀ ਰਿਸਰਚ ਕਰਕੇ ਇੱਕ ਪਾਲਿਸੀ ਤਿਆਰ ਕੀਤੀ, ਲੀਕਰ ਨੂੰ ਲੈ ਕੇ ਇੱਕ ਪਾਲਿਸੀ ਤਿਆਰ ਕੀਤੀ, ਇੰਪਲੀਮੈਂਟ ਨਹੀਂ ਹੋਈ ਨਾ ਕੈਪਟਨ ਸਾਹਿਬ ਦੇ ਸਮੇਂ, ਨਾ ਜਦੋਂ ਸਰਕਾਰ ਬਦਲੀ ਨਾ ਉਸ ਸਮੇਂ। 2 ਮਹੀਨੇ ਤਾਂ ਹੋ ਹੀ ਨਹੀਂ ਸਕਦੀ, ਉਹਨੂੰ 5-6 ਮਹੀਨੇ ਚਾਹੀਦੇ ਆ। ਕੈਪਟਨ ਅਮਰਿੰਦਰ ਸਿੰਘ ਇੱਕ ਵਿਕਾਊ ਮੁੱਖ ਮੰਤਰੀ ਸੀ, ਆਪਦੀ ਜਾਨ ਬਚਾਉਣ ਨੂੰ ਖੜਾ ਸੀ। ਉਹ ਕਠਪੁਤਲੀ ਸੀ, ਬੀਜੇਪੀ ਦੇ ਹੱਥਾਂ ਦੇ ਵਿੱਚ ਨੱਚਦਾ ਸੀ ਆਪਦੀ ਜਾਨ ਬਚਾਉਣ ਨੂੰ। 78 ਐਮਐਲਏ ਸੀ ਅਸੀਂ, ਬੀਜੇਪੀ ਦਾ ਮੁੱਖ ਮੰਤਰੀ ਸੀ। ਔਰ ਇਹ ਇਸੇ ਇਹੀ 75-25 ਹੈ, ਇਹੀ ਠੇਕੇਦਾਰੀ ਸਿਸਟਮ ਹੈ। ਜਦ ਤੱਕ ਇਹ ਠੇਕੇਦਾਰੀ ਸਿਸਟਮ ਹੈ, ਪੰਜਾਬ 'ਚ ਪੈਸੇ ਨਹੀਂ ਆ ਸਕਦੇ। ਇਸੇ ਨੂੰ ਤੋੜ ਕੇ ਅਸੀਂ ਕਿਸੇ ਨਾਲ ਨਿੱਜੀ ਲੜਾਈ ਨਹੀਂ ਲੜ ਰਹੇ ਭਾਈ। ਪਾਪੀ ਨਹੀਂ ਮਾਰਨਾ, ਪਾਪ ਮਾਰ ਦੇਣਾ। ਤੁਸੀਂ ਚੰਗਾ ਸਿਸਟਮ ਖੜਾ ਕਰ ਦਿਓ ਭਾਈ। ਮੈਂ ਅੱਜ ਅਦਾਲਤਾਂ 'ਚ ਜਾਣਾ, ਤਹਿਸੀਲਾਂ 'ਚ ਜਾਣਾ, ਪੈਸੇ ਦਿੰਦੇ ਕਿ ਨਹੀਂ ਦਿੰਦੇ? ਥਾਣਿਆਂ ਜਾਂਦੇ ਹੋ, ਪੈਸੇ ਦਿੰਦੇ ਹੋ ਕਿ ਨਹੀਂ ਦਿੰਦੇ? ਤੁਸੀਂ ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਲਾਇਸੈਂਸ ਪੈਸੇ ਦਿੰਦੇ ਕਿ ਨਹੀਂ ਦਿੰਦੇ? ਪੁੱਛਣਾ, ਆਮ ਲੋਕਾਂ ਨੂੰ ਪੁੱਛ। ਤੇ ਭਾਈ ਘਰੇ ਬੈਠ ਕੇ ਉੱਤੇ ਈ ਗਵਰਨੈਂਸ ਦੇ ਨਾਲ ਤੁਸੀਂ ਨਕਸ਼ਾ ਪਾਸ ਕਰ, ਡੀਮ ਟੂ ਬੀ ਪਾਸ ਕਿਉਂ ਨਹੀਂ ਕਰਾ ਸਕਦੇ ਭਾਈ? ਸਿੰਗਲ ਵਿੰਡੋ ਸਿਸਟਮ ਜਿਹੜੀਆਂ ਔਰਤਾਂ ਦੇ ਲਈ ਕਹੀ ਹੈ ਕਿ ਜੇ ਕਿਸੇ ਨੇ ਵਪਾਰ ਕਰਨਾ ਉਹਦੀ ਸੈਪਰੇਟ ਸਿੰਗਲ ਵਿੰਡੋ ਸਿਸਟਮ ਹੋਊਗੀ, ਕਮਾਂਡੋ ਬਟਾਲੀਅਨ ਹੋਏਗੀ। ਮਹਿਲਾ ਸੁਰੱਖਿਆ ਸਭ ਤੋਂ ਵੱਡਾ ਮੁੱਦਾ ਹੈ। ਹਰ ਪਿੰਡ 'ਚ 2 ਮਹਿਲਾਵਾਂ ਹੋਣਗੀਆਂ, ਉਹਨਾਂ ਨੂੰ ਫੋਨ ਕਰ ਸਕਦਾ। ਸ਼ਹਿਰ ਦੇ ਵਿੱਚ ਹੋਏਗਾ। ਫਿਰ ਛੋਟੇ ਵੀਰ, ਸਭ ਤੋਂ ਵੱਡੀ ਚੀਜ਼ ਜਿਹੜੀ ਅਨਾਉਂਸਮੈਂਟ ਹੋਈ ਹੈ, ਔਰ ਮੈਂ ਤੁਹਾਨੂੰ ਦੱਸੂ, ਸਕਿਲਡ, ਸੈਮੀ ਸਕਿਲਡ ਜਾਂ ਅਨਸਕਿਲਡ ਲੇਬਰ ਨੂੰ ਅਸੀਂ ਕਿਸ ਤਰ੍ਹਾਂ ਉਹ ਦਿਆਂਗੇ। 5 ਲੱਖ ਬੰਦਿਆਂ ਨੂੰ ਅਰਬਨ ਇੰਪਲੋਇਮੈਂਟ ਗਾਰੰਟੀ ਮਿਸ਼ਨ ਅਨਾਉਂਸ ਕੀਤੀ ਹੈ। ਕਿਹਨੇ ਅੱਜ ਤੱਕ ਕੀਤੀ ਹੈ? ਪਰ ਲੋਕ ਜਾਣਨਾ ਚਾਹੁੰਦੇ ਨੇ ਕਿ ਇਸ ਦੇ ਲਈ ਪਲਾਨ ਕੀ ਹੈ ਤੁਹਾਡੇ ਕੋਲ। ਹੁਣ ਗੱਲ ਇਹ ਹੈ ਕਿ ਤੁਸੀਂ ਕਹਿੰਦੇ ਹੋ ਕਿ ਮੇਰੇ ਕੋਲ ਪਾਵਰ ਨਹੀਂ, ਮੇਰੇ ਕੋਲ ਜਥੇਬੰਦਕ ਪਾਵਰ ਹੈ। ਹੁੰਦਾ ਦੇਖੋ, ਜਥੇਬੰਦਕ ਪਾਵਰ ਥੋੜੀ ਹੈ। ਤੁਸੀਂ ਇੱਕ ਸਟੇਟ ਦੇ ਪੀਪੀਸੀਸੀ ਪ੍ਰੈਜ਼ੀਡੈਂਟ, ਇਹਨੂੰ ਕੀ ਬਣਾਇਆ ਸੀ ਕੈਪਟਨ ਨੂੰ? ਜਦੋਂ ਬਿੱਲਾ ਛੱਪੜ ਚੋਂ ਨਹਾ ਕੇ ਨਿਕਲਿਆ ਹੁੰਦਾ, 800 ਵੋਟਾਂ ਲੈ ਕੇ ਗਿਆ ਸੀ ਸੋਨੀਆ ਮੈਡਮ ਕੋਲ। 800 ਵੋਟਾਂ ਪਈਆਂ ਸੀ ਇਹਨੂੰ। ਇਹ ਬੜਾ ਪਾਟੇ ਖਾਂ ਬੰਦਾ ਫਿਰਦਾ। ਇਹਦੇ ਕਿਹੜੇ ਸੁਰਖਾਬ ਦੇ ਪਰ ਲੱਗੇ ਸੀ ਓਏ? ਤੇ ਉੱਥੇ ਜਾ ਕੇ ਜਦੋਂ ਮੈਡਮ ਕੋਲ ਹੰਬਿਆ ਖੜਾ ਤੇ ਉਹਨਾਂ ਨੇ ਇਹਨੂੰ ਪ੍ਰਧਾਨ ਬਣਾਤਾ, ਉੱਥੋਂ ਮੁੱਖ ਮੰਤਰੀ ਬਣਿਆ। ਤੇ ਪ੍ਰਧਾਨ ਬਣਾਇਆ, ਮੈਂ ਖੜਾ ਪ੍ਰਿਯੰਕਾ ਜੀ ਦੇ ਨਾਲ, ਡਟ ਕੇ ਕਹਿਣਾ, ਛਾਤੀ ਠੋਕ ਕੇ ਕਹਿਣਾ, ਆਖਰੀ ਸਵਾਸ ਤੱਕ ਮੈਂ ਖੜਾ ਰਾਹੁਲ ਗਾਂਧੀ ਨਾਲ। ਮੈਨੂੰ ਪਤਾ ਉਹ ਨੇਕ ਲੋਕ ਨੇ, ਹਲੇ ਪਰਤਿਆਏ ਨਹੀਂ ਤੁਸੀਂ। ਤੁਹਾਨੂੰ ਪਤਾ ਲੱਗੂਗਾ ਕਿ ਉਹਨਾਂ ਦੇ ਵਿੱਚ ਕਿੰਨਾ ਜਜ਼ਬਾ ਹੈ ਇਸ ਦੇਸ਼ ਨੂੰ ਸੰਵਾਰਨ ਦਾ। ਲੇਕਿਨ ਮੈਂ ਪੰਜਾਬ ਨਾਲ ਵੀ ਖੜਾ।
ਮੈਂ ਪੰਜਾਬ ਨੂੰ ਦਰੋਹ ਨਹੀਂ ਕਰਾਂਗਾ ਪੰਜਾਬ ਦੇ ਨਾਲ, ਮੈਂ ਉਹਨਾਂ ਨੂੰ ਗੁੰਮਰਾਹ ਨਹੀਂ ਹੋਣ ਦਿਆਂਗਾ। ਮੁੱਦਿਆਂ ਦੀ ਰਾਜਨੀਤੀ, ਮਸਲਿਆਂ ਦੀ ਰਾਜਨੀਤੀ, ਮਸਲੇ ਕਿੱਦਾਂ ਹੱਲ ਹੋਣੇ ਆ, ਆਈ ਨੋ ਦ ਪ੍ਰੋਬਲਮ ਐਂਡ ਆਈ ਨੋ ਦ ਸੋਲੂਸ਼ਨ, ਡੋਂਟ ਆਈ। ਠੀਕ ਹੈ, ਚਲੋ ਮੈਂ ਕਿਉਂਕਿ ਸੀਐਮ ਫੇਸ ਨੂੰ ਲੈ ਕੇ ਤੁਸੀਂ ਬਹੁਤ ਸਾਰੇ ਸਵਾਲਾਂ ਦੇ ਆਲਰੇਡੀ ਜਵਾਬ ਦੇ ਚੁੱਕੇ ਹੋ, ਮੈਂ ਸਿੱਧਾ ਸਵਾਲ ਪੁੱਛਦਾ। ਸਿੱਧੂ ਸਾਹਿਬ, ਤੁਸੀਂ ਖੁਦ ਨੂੰ ਸੀਐਮ ਫੇਸ ਮੰਨਦੇ ਹੋ ਕਿ ਤੁਹਾਨੂੰ ਲੱਗਦਾ ਕਿ ਤੁਹਾਨੂੰ ਅਨਾਉਂਸ ਹੋਣਾ ਚਾਹੀਦਾ, ਤੁਹਾਡਾ ਨਾਮ ਅਨਾਉਂਸ ਹੋਣਾ ਚਾਹੀਦਾ? ਇਹੀ ਤੁਹਾਡੀਆਂ ਟੈਲੀਵਿਜ਼ਨ ਵਾਲਿਆਂ ਦੀਆਂ ਗਲਤੀਆਂ ਨੇ। ਇੱਥੇ ਹੀ ਤੁਸੀਂ ਚੁਣਾਵ ਘੁਮਾ ਦਿੰਦੇ ਹੋ, ਇੱਥੇ ਹੀ ਲੋਕ ਭਰਮਾ ਦਿੰਦੇ ਹੋ। ਮੈਂ ਕਹਿੰਦਾ ਤੁਸੀਂ ਲੋਕਾਂ ਨੂੰ ਅਹਿਮੀਅਤ ਕਿਉਂ ਨਹੀਂ ਦਿੰਦੇ? ਤੁਸੀਂ ਇਹੀ ਸਵਾਲ ਕਰਦੇ ਕਿ ਪੰਜਾਬ ਦੇ ਲੋਕ ਸਿੱਧੂ ਸਾਹਿਬ ਉਹ ਚਾਹੁੰਦੇ ਨੇ ਨਾ ਕਿ ਜਿਸ ਸ਼ਖਸ ਦੇ ਕੋਲ ਇੰਨਾ ਰੋਡ ਮੈਪ ਹੈ ਜੋ ਦੱਸ ਰਿਹਾ ਹੈ ਸਾਨੂੰ ਕਿ ਉਹ ਜੇ ਹੁਣ ਪਾਵਰ ਚ ਨਾ ਆਇਆ ਤਾਂ ਕੀ ਕਰੇਗਾ? ਭਾਈ ਹਾਈ ਕਮਾਂਡ ਤੈਨੂੰ ਲੱਗਦਾ 70 ਸਾਲ ਦੀ ਇਸ ਪਾਰਟੀ ਨੂੰ ਚਲਾਉਂਦੀ, ਉਹਨਾਂ ਨੂੰ ਇਹ ਨਹੀਂ ਪਤਾ ਹੈ? ਪਿਛਲੀ ਵਾਰ 15 ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਨਾਉਂਸ ਹੋਇਆ ਸੀਗਾ ਨਾ, ਕੇਜਰੀਵਾਲ ਨੇ ਨਹੀਂ ਅਨਾਉਂਸ ਕੀਤਾ, ਮੈਂ ਇਹੀ ਕਹਿ ਕੇ ਮਾਰਤਾ ਵੀ ਬਰਾਤ ਤੁੱਤਰੂ ਕਰਦੀ ਹੈ, ਬਹੂ ਪਿੱਪਲ ਥੱਲੇ ਸੁੱਤੀ ਪਈ ਹੈ, ਦੱਸ ਓਏ ਤੇਰਾ ਲਾੜਾ ਕੌਣ ਹੈ? ਸਮਝ ਨਹੀਂ? ਅੱਜ ਉਹੀ ਡਾਇਲੌਗ ਮਾਰਦੇ ਉਹ। ਤੇ ਭਾਈ ਇਹ ਤੇ ਪੰਜਾਬ ਦੇ ਲੋਕਾਂ ਦਾ ਹੱਕ ਹੈ ਨਾ ਕਿ ਉਹਨਾਂ ਨੂੰ ਕੌਣ ਕਿਚੜ ਚੋਂ ਕੱਢੂਗਾ, ਕਿਸ ਤਰੀਕੇ ਨਾਲ ਕੱਢੂਗਾ। ਜੇ ਇਹ ਨਹੀਂ ਦੇ ਸਕਦੇ ਫਿਰ ਤੀਜਾ ਸਭ ਤੋਂ ਅਹਿਮ ਸਵਾਲ ਹੈ, ਲਾਗੂ ਕੌਣ ਕਰੂਗਾ? ਇਹ ਧਰਤੀ ਆਪਣਾ ਵਾਰਿਸ ਐਤਕੀ ਚੁਣੇਗੀ ਮਿੱਤਰ ਪਿਆਰੇ। ਕੋਈ ਕੁਛ ਕਰ ਲੇ, ਉਹ ਪਠਾਨ ਨਾ ਗੁਲਾਬ ਜਾਮਨ ਖਾਣ ਲੱਗਿਆ, ਇੱਕ ਭੂੰਡ ਪੈ ਗਿਆ ਵਿੱਚ। ਇੱਥੇ ਬੜੇ ਭੂੰਡ ਨੇ ਜਿਹੜੇ ਪੀ ਕਰਦੇ ਆ, ਉਹ ਭੂੰਡ ਪੈ ਗਿਆ ਤੇ ਪਠਾਨ ਨੇ ਐ ਕਰਕੇ ਦੇਖਿਆ, ਕਹਿੰਦਾ ਤੂੰ ਚੀ ਕਰ ਜਾਂ ਪੀ ਕਰ, ਖਾ ਕੇ ਛੱਡੂ। ਪੰਜਾਬ ਦੇ ਲੋਕ ਐਤਕੀ ਮੂਲੀ ਵਾਂਗੂ ਕੱਢ ਦੇਣਗੇ। ਮੈਂ ਤੈਨੂੰ ਅੱਜ ਯਾਦ ਰੱਖੀ ਮੇਰੀ ਗੱਲ, ਜਿਹੜਾ ਬੰਦਾ ਦੁੱਧ ਦਾ ਜਲਿਆ ਹੁੰਦਾ ਲੱਸੀ ਨੂੰ ਵੀ ਫੂਕਾ ਮਾਰ ਪਿੰਦਾ। ਠੱਗੇ ਮਹਿਸੂਸ ਕਰਦੇ ਆ ਪੰਜਾਬ ਦੇ ਲੋਕ, ਉਹਨਾਂ ਨੂੰ ਕਿਰਦਾਰ ਦਿਖਦੇ ਆ ਪਿਛਲੇ 17-20 ਸਾਲਾਂ ਦੇ, ਉਹਨਾਂ ਨੂੰ ਪਤਾ 10 ਸਾਲਾਂ ਦਾ ਕੌਣ ਕਿੱਥੇ ਖੜਾ। ਸਿੱਧੂ ਨੇ ਸੱਤਾ ਨਹੀਂ ਹੰਡਾਈ ਇਹਨਾਂ ਚ, ਜਦੋਂ ਸਾਰੇ ਇਹ ਸੱਤਾ ਦੇ ਵਿੱਚ ਸੀ ਨਾ, ਤੇ ਨਵਜੋਤ ਸਿੰਘ ਸਿੱਧੂ ਉਦੋਂ ਵੀ ਪੰਜਾਬ ਦੇ ਮਸਲਿਆਂ ਲਈ ਲੜਦਾ ਸੀ, ਪੰਜਾਬ ਦੇ ਮੁੱਦਿਆਂ ਲਈ ਲੜਦਾ ਸੀ। ਔਰ ਅੱਜ ਬੀਜੇਪੀ ਕਹਿੰਦੀ ਹੈ ਕਿ ਜਾਂ ਤੇ ਅੰਦਰ, ਨਹੀਂ ਤੇ ਚਲੋ ਬੀਜੇਪੀ ਆਫਿਸ ਜਲੰਧਰ। ਤੇ ਅੱਜ ਫਿਰ ਸਿੱਧੂ ਦੇ ਖਿਲਾਫ ਬੋਲੋਗੇ? ਸਿੱਧੂ ਬੋਲਿਆ, ਸਿੱਧੂ ਨੇ ਆਪਣੇ ਭਾਈਆਂ ਦੇ ਖਿਲਾਫ। ਬੀਜੇਪੀ ਕਹਿੰਦੀ ਅਸੀਂ ਸਿੱਧੂ ਸਾਹਿਬ ਦੇ ਜਿਹੜੇ ਬਿਆਨ ਉਹਨਾਂ ਨੂੰ ਸੀਰੀਅਸ ਨਹੀਂ ਲੈਂਦੇ। ਅੱਛਾ, ਤੇ ਫਿਰ ਕਿਹਦੇ ਬਿਆਨਾਂ ਨੂੰ ਸੀਰੀਅਸ ਲੈਂਦੇ? ਤੁਸੀਂ ਸਿੱਧੂ ਨੂੰ ਸੀਰੀਅਸ ਨਹੀਂ? ਤੁਹਾਡਾ ਫਾਈਨਾਂਸ ਮਿਨਿਸਟਰ ਠੁਕਿਆ 1.5 ਲੱਖ ਵੋਟਾਂ ਤੇ ਸਿੱਧੂ 3 ਇਲੈਕਸ਼ਨ ਤੁਹਾਨੂੰ ਹਨੇਰੀਆਂ 'ਚ ਜਿੱਤਿਆ, ਤੁਹਾਨੂੰ ਦਿਖਿਆ ਨਹੀਂ ਨਾ, ਤਾਂ ਹੀ ਤੇ ਵੜ ਗਏ, ਤਾਂ ਹੀ ਤੇ ਖਤਮ ਹੋ ਗਏ। ਬੀਜੇਪੀ ਕਹਿੰਦੀ ਅਸੀਂ ਸਰਕਾਰ ਬਣਾ ਰਹੇ ਹਾਂ ਪੰਜਾਬ 'ਚ। ਕਦੋਂ ਬਣਾ ਰਹੇ ਆ? ਕਹਿਣ ਨਾਲ ਬਣ ਜਾਂਦੀ ਹੈ ਸਰਕਾਰ। ਤੁਸੀਂ ਘਰ ਤਾਂ ਇੱਥੇ ਵੜ ਤਾਂ ਸਕੇ ਨਹੀਂ, ਤੁਹਾਨੂੰ ਪਤਾ ਹੈ ਵੀ ਤੁਸੀਂ ਇੱਥੇ, ਤੁਹਾਡਾ ਕੱਖ ਨਹੀਂ ਹੈ, ਤੁਸੀਂ ਗੰਦ ਪਾਉਣਾ ਹੋ, ਤੁਸੀਂ ਰੌਲੇ ਕਰਾਉਣਾ ਹੋ, ਤੁਸੀਂ ਬੇਅਦਬੀਆਂ ਚਲਾਤੀਆਂ, ਬੰਬ ਆ ਗਿਆ, ਇਹ ਮਹੀਨਾ ਪਹਿਲਾਂ ਹੀ ਆਉਂਦਾ ਹੈ। ਉੱਥੇ ਫਿਰ ਬੋਰਡ ਲਾਤੇ ਲੋਕਾਂ ਨੂੰ ਬੇਵਕੂਫ ਬਣਾਉਣ ਨੂੰ ਕਿ ਜੀ ਮੋਦੀ ਸਾਹਿਬ ਤੁਸੀਂ 3 ਕਾਨੂੰਨ ਵਾਪਸ ਲੈ ਲਏ, ਗਲ ਗੁੱਠਾ ਦੇ ਕੇ ਵਾਪਸ ਦਵਾਇਆ ਮਿੱਤਰਾ। ਕਿਸਾਨਾਂ ਦਾ ਕ੍ਰੈਡਿਟ ਕਿਉਂ ਲੈਂਦੇ ਹੋ? ਇਹ ਗੱਲਾਂ ਛੱਡੀਏ ਆਪਾਂ। ਕਿੰਨੀਆਂ ਸੀਟਾਂ ਆਈਆਂ ਜਦੋਂ ਮੈਂ ਹੁੰਦਾ ਸੀ? 20 ਚੋਂ ਪਹਿਲੀ 23 ਚੋਂ 19 ਆਈਆਂ। ਅਸੀਂ ਸਰਕਾਰ ਬਣਾਈ, ਇਹਨਾਂ ਨੂੰ ਅਕਾਲੀ ਦਲ ਵਾਲਿਆਂ ਨੂੰ ਬਣਾ ਕੇ ਦਿੱਤੀ। ਉਦੋਂ ਬਾਅਦ ਫਿਰ ਮੇਰੀ ਮੈਂ ਵਾਈਫ ਨੂੰ ਲੜਾਇਆ ਸਭ ਤੋਂ ਔਖੀ ਸੀਟ ਤੋਂ, ਠੀਕ ਹੈ, ਜਿਹੜੀ ਸਭ ਤੋਂ ਵੱਡੀ ਕਾਂਗਰਸੀ, ਜਦੋਂ ਹੁਣ ਮੈਂ ਅੱਜ ਕਾਂਗਰਸੀ ਬਣ ਕੇ ਲੜਦਾ, ਠੀਕ ਹੈ। ਉੱਥੋਂ ਉਹ 8000 ਤੇ ਜਿੱਤੀ, ਰੱਬ ਨੇ ਜਿਤਾਇਆ, ਅਸੀਂ ਤਾਂ ਨਹੀਂ। ਸਾਡੇ ਲਈ ਲੋਕ ਅੰਮ੍ਰਿਤਸਰ ਦੇ ਰੱਬ ਵਰਗੇ ਨੇ। ਉਦੋਂ ਫੇਰ ਸਰਕਾਰ ਬੀਜੇਪੀ ਨੇ ਬਣਾ ਕੇ ਦਿੱਤੀ। ਇਹਨਾਂ ਨੇ ਸਾਡੀ ਉਹ ਜੁੱਤੀ ਸਾਡੇ ਸਿਰ ਤੇ ਵਧਾਤੀ, ਸਾਡੇ ਹੀ ਕਾਉਂਸਲਰ ਕੁੱਟੇ ਸਾਰੇ। ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਅੱਡ ਹੋ ਕੇ ਲੜੋ। ਕਿੱਥੇ ਅੱਡ ਲੜਦੇ ਸੀ? ਜਾਂਦਾ ਸੀ 500 ਕਰੋੜ ਠਾਂ ਕਰਦਾ ਫੰਡਿੰਗ ਵਾਸਤੇ, ਤੇ ਸਿੱਧੂ ਕਿੱਥੇ ਦੇਖਦਾ ਸੀ ਉਦੋਂ? ਹਾਂਜੀ, ਤੇ ਠੋਕੇ ਕਿ ਨਹੀਂ ਠੋਕੇ? 3 ਮੰਤਰੀ ਠੋਕੇ ਨਾ, 15% ਵੋਟ ਥੱਲੇ ਆਈ ਨਾ, ਇਹੀ ਪ੍ਰਮਾਣ ਹੈ। ਤੇ ਕਿੱਥੇ ਨੇ? 1 ਸੀਟ ਅੱਜ, ਤੇ ਕਾਂਗਰਸ 78 ਸੀਟਾਂ ਨਾਲ ਵਾਪਸ ਆਈ। ਇਹ ਭਾਈ ਪੰਜਾਬ ਦੇ ਲੋਕ ਕ੍ਰੈਡੀਬਿਲਿਟੀ ਨੂੰ ਸਮਝਦੇ ਆ। ਪੰਜਾਬ ਦੇ ਲੋਕ ਅੱਜ ਦੁਚਿੱਤੀ ਦੇ ਵਿੱਚ ਨੇ। ਇਹ ਜਿਹੜਾ ਦਵੰਦ ਹੈ ਨਾ, ਇਹ ਜਦ ਤੱਕ ਜਾਏਗਾ ਨਹੀਂ, ਪੰਜਾਬ ਦੇ ਲੋਕ ਮਨ ਬਣਾਉਣਗੇ ਨਹੀਂ। ਤੇ ਮੈਂ ਤੁਹਾਨੂੰ ਅੱਜ ਡਟ ਕੇ ਕਹਿਣਾ ਕਿ ਜਾਂ ਤੇ ਮਾਫੀਆ ਰਹੇਗਾ ਜਾਂ ਸਿੱਧੂ ਰਹੇਗਾ। ਤੁਸੀਂ ਸੀਟਾਂ ਦਾ ਜ਼ਿਕਰ ਕਰ ਰਹੇ ਹੋ, ਮੈਂ ਉਸੇ ਨਾਲ ਜੁੜਿਆ ਇੱਕ ਸਵਾਲ। ਕਾਂਗਰਸ ਦੀਆਂ ਲੱਗ ਰਿਹਾ ਕਿ 60 ਸੀਟਾਂ ਹੋਣਗੀਆਂ। ਮੇਰੀ ਇੱਕ ਗੱਲ ਨੂੰ ਸੁਣੋ, ਜੇ ਏਜੰਡਾ ਤਕੜਾ ਹੋਇਆ, ਠੀਕ ਹੈ, ਜੇ ਸਾਰੇ ਘਰ ਹਾਈ ਕਮਾਂਡ ਨੇ ਪੂਰੇ ਕਰਤੇ, ਤੇ ਵਿਸ਼ਵਾਸ ਵਾਪਸ ਆ ਜਾਏਗਾ ਕਿਰਦਾਰਾਂ ਦੇ ਉੱਤੇ, ਮੋਰਲ ਅਥਾਰਟੀ ਤੇ ਬਣੇਗੀ। ਮੋਰਲ ਅਥਾਰਟੀ ਤੇ ਨੈਤਿਕਤਾ ਦੇ ਉੱਤੇ ਸਰਕਾਰ ਬਣੇਗੀ। ਕਿ ਕਿਸੇ ਚੋਰ ਨੂੰ ਵੋਟ ਨਹੀਂ ਪਾਉਣੀ ਲੋਕਾਂ ਨੇ। ਅੱਛਾ, ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਪਿਛਲੀ ਵਾਰ 15 ਦਿਨ ਪਹਿਲਾਂ ਕੈਪਟਨ ਨੂੰ ਅਨਾਉਂਸ ਕੀਤਾ ਸੀ, ਤੁਹਾਨੂੰ ਲੱਗ ਰਿਹਾ ਕਿ ਇਸ ਵਾਰ ਵੀ ਸੀਐਮ ਕੈਂਡੀਡੇਟ 15 ਦਿਨ ਪਹਿਲਾਂ ਅਨਾਉਂਸ ਹੋ ਸਕਦਾ? ਜ਼ਰੂਰੀ ਤਾਂ ਨਹੀਂ ਜੋ ਪਿਛਲੀ ਵਾਰ ਹੋਇਆ ਐਤਕੀ ਵੀ ਹੋਵੇ। ਤੁਹਾਨੂੰ ਉਮੀਦ ਹੋਣੀ? ਦੇਖੋ, ਮੈਨੂੰ ਉਮੀਦ ਨਹੀਂ, ਲੋਕਾਂ ਦੀ ਉਮੀਦ ਹੈ। ਤੂੰ ਯਾਰ ਫੇਰ ਮੇਰੇ ਤੇ ਲਿਆਉਣਾ। ਸਿੱਧੂ ਕੀ ਹੈ ਭਾਈ? ਸਿੱਧੂ ਤਾਂ ਬੋਲਦਾ ਹੈ ਵੀ ਸਿੱਧੂ ਚ 2 ਲੱਖ ਨੁਮਾਇੰਦਾ ਉਹਨੂੰ ਅਧਿਕਾਰ ਦੇਣ ਵਾਲੇ ਨੇ। ਜਿੱਦਨ ਸਿੱਧੂ ਨੂੰ 2 ਲੱਖ ਬੰਦੇ ਅਧਿਕਾਰ ਦੇਣ ਵਾਲੇ ਨਾ, ਉਹ ਸਿੱਧੂ ਨਹੀਂ ਬੋਲੇਗਾ। ਸਿੱਧੂ ਦੀ ਕਿਸੇ ਨਾਲ ਕੋਈ ਪਰਸਨਲ ਰੰਜ ਨਹੀਂ। ਮੇਰੀ ਘਰ ਵਾਲੀ ਲੜੀ, ਅੱਜ ਬੋਲਦੀ ਹੈ ਉਹਨਾਂ? ਨਹੀਂ ਬੋਲਦੀ ਉਹਨਾਂ। ਸਾਨੂੰ ਐਮਪਾਵਰ ਕੀਤਾ ਲੋਕਾਂ ਨੇ। ਲੋਕਤੰਤਰ ਲੋਕਾਂ ਦੀ ਉਹ ਹੈ। ਇਸ ਕਰਕੇ ਅਸੀਂ ਅਗਲੀ ਪੀੜ੍ਹੀ ਦੇ ਲਈ, ਅਸੀਂ ਇੱਕ ਰੋਡ ਮੈਪ ਦੇ ਲਈ, ਅਸੀਂ ਇੱਕ ਏਜੰਡੇ ਦੇ ਲਈ, ਅਸੀਂ ਪ੍ਰੋਬਲਮਾਂ ਸੋਲਵ ਕਰਨ ਦੇ ਲਈ, ਅਸੀਂ ਲੋਕਾਂ ਦੀ ਜ਼ਿੰਦਗੀ ਬਦਲਣ ਦੇ ਲਈ ਇਸ ਕਰਕੇ ਇਸ ਇਲੈਕਸ਼ਨ ਨੂੰ ਲੜ ਰਹੇ ਹਾਂ ਭਾਈ। ਜੇ ਕੋਈ ਔਰਤ
ਤੇ ਨਾਂ ਤੇ ਰਜਿਸਟਰੀ ਕਰਾ ਦੇਵੇ। ਅਸੀਂ ਕਹਿੰਦੇ ਅਸੀਂ ਪੈਸੇ ਵੀ ਨਹੀਂ ਲੈਣੇ ਭਾਈ। ਇਹ ਕਰੇਗਾ ਕੇਜਰੀਵਾਲ? ਇਹ ਤਾਂ ਮਰੀ ਜੂਨ ਨਾ ਦੇਵੇ ਵਾਲਾਂ ਦੀ। ਚਲੋ ਮੈਂ ਇੱਕ ਸਵਾਲ ਪੁੱਛਦਾ ਇਨਫੈਕਟ 2-3 ਸਵਾਲ ਹੋਣਗੇ, ਆਮ ਤੌਰ ਤੇ ਆਪਾਂ ਕਹਿੰਦੇ ਕਿ ਹਾਈਪੋਥੈਟੀਕਲ ਸਵਾਲ ਹੈ, ਪਰ ਮੈਂ ਇਹਨੂੰ ਕੁਝ ਅਲੱਗ ਤਰੀਕੇ ਨਾਲ ਕਹੂੰਗਾ ਕਿ ਜੇ ਚਾਚੀ ਦੇ ਮੁੱਛਾਂ ਹੁੰਦੀਆਂ ਉਹ ਵਾਲੇ ਸੈਗਮੈਂਟ ਦੇ ਸਵਾਲ ਹੈ ਕਿ ਜੇ ਸੀਐਮ ਫੇਸ ਨਾ ਐਲਾਨੇ ਆ ਤਾਂ ਫਿਰ ਸਿੱਧੂ ਕੀ ਕਰਨਗੇ? ਦੇਖ ਬੇਟਾ, ਭਾਲੇ ਦੀ ਨੋਕ ਨਾਲ ਇੱਕ ਬੰਦਾ ਮਰਦਾ, ਵਿਸ਼ ਦੇ ਪਿਆਲੇ ਨਾਲ ਸੈਨਾ ਸਿੱਟ ਲਓ, ਪਰ ਜੇ ਗੁਪਤ ਵਿਚਾਰ ਪ੍ਰਗਟ ਹੋ ਜੇ ਨਾ ਤੇ ਰਾਸ਼ਟਰ ਤਬਾਹ ਹੋ ਜਾਂਦੇ ਆ। ਪੋਲਿਟਿਕਸ ਦੇ ਵਿੱਚ ਮਨ ਦੀ ਗੱਲ ਨਾ ਦੱਸੋ, ਜੇ ਦੱਸਣੀ ਹੈ ਤੇ ਪ੍ਰਿਯੰਕਾ ਜੀ ਨੂੰ ਦੱਸੋ, ਰਾਹੁਲ ਜੀ ਨੂੰ ਦੱਸੋ। ਅੱਛਾ, ਮਤਲਬ ਪਲਾਨ ਤਾਂ ਹੈ ਗੁਪਤ। ਮੈਂ ਕਿਹਾ ਕੁਛ ਵੀ ਹੋਵੇ ਉਹ ਮੀਡੀਆ ਦੇ ਥਰੂ ਥੋੜਾ ਨਾ ਜਾਏਗਾ, ਉਹ ਤੇ ਪਟਾਕੇ ਵਾਂਗ ਫੁੱਟੇਗਾ। ਐਂ ਕਰਦਾ ਨਵਜੋਤ। ਉਹ ਤਾਂ ਪਟਾਕਾ ਤਾਂ ਹੁਣ ਵੀ ਪੈ ਜਾਏਗਾ, ਜੇ ਤੁਸੀਂ ਬੋਲਤਾ ਤਾਂ ਸਮਝੋ ਹੋ ਗਿਆ। ਦੇਖੋ ਮੇਰੀ ਇੱਕ ਗੱਲ ਨੂੰ ਸੁਣੋ ਮਿੱਤਰ ਪਿਆਰੇ, ਮੈਂ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਇੱਕ ਪਰਚਾ ਨਹੀਂ ਕਿਸੇ ਤੇ ਪਿਆ ਹੈ। ਮੇਰੀ ਰਾਜਨੀਤੀ ਕਿਸੇ ਨੂੰ ਦੁੱਖ ਦੇਣ ਦੀ ਨਹੀਂ ਹੈ, ਦੁੱਖ ਹਰਨ ਦੀ ਹੈ। ਮੈਂ ਇੱਕ ਯੋਗੀ ਹਾਂ, ਅੰਦਰ ਉਤਰਿਆ ਹੋਇਆ, ਮੇਰੇ ਤੋਂ ਬੋਲਿਆ ਨਹੀਂ ਸੀ ਜਾਂਦਾ। ਮੇਰਾ ਪ੍ਰਿੰਸੀਪਲ ਜੇ ਮੈਨੂੰ ਜਿੱਦਣ ਪ੍ਰੀਫੈਕਟ ਬਣਾਇਆ ਛੋਟੇ ਭਾਈ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ। ਲੋਕ ਸੋਚਦੇ ਪਤਾ ਨਹੀਂ ਉੱਤੋਂ ਉਤਰਿਆ ਸਿੱਧੂ, ਬਿਲਕੁਲ ਨਹੀਂ, ਰੱਬ ਦੇ ਨਾਂ ਨਾਲ ਜੁੜਿਆ ਸਿੱਧੂ। ਤੇ ਮੈਨੂੰ ਉਹਨਾਂ ਨੇ ਕਿਹਾ ਭਾਈ ਵੀ ਤੂੰ ਪ੍ਰੀਫੈਕਟ ਬਣ ਗਿਆ, ਤੂੰ ਥੱਲੇ ਆ ਕੇ ਕਹੇਂਗਾ ਸਕੂਲ ਡਿਸਪਰਸ, ਬਿਖਰ ਜਾਓ। ਤੇ ਟੰਗਾਂ ਮੇਰੀਆਂ ਕੰਬਦੀਆਂ ਸੀਗੀਆਂ ਤੇ ਉਹ ਥੱਲੇ ਉਤਰਿਆ, ਠਾਂ ਬੇਹੋਸ਼, ਠਾਂ ਬੇਹੋਸ਼, ਸਟ੍ਰੈਚਰ ਤੇ ਚੁੱਕ ਕੇ ਲੈ ਗਏ। ਜੇ ਮੈਨੂੰ ਕੋਈ ਕਹਿ ਦਿੰਦਾ ਨਾ ਸਕੂਲ 'ਚ ਕਿ ਬੇਟਾ ਤੂੰ ਡਿਬੇਟ 'ਚ ਪਾਰਟਿਸਿਪੇਟ ਕਰਨਾ, ਮੈਂ 3 ਦਿਨ ਦੀ ਛੁੱਟੀ ਲੈ ਕੇ ਘਰੇ ਬਹਿ ਜਾਂਦਾ ਸੀ, ਸਿੱਕ ਲੀਵ ਭੇਜ ਦਿੰਦਾ ਹੁੰਦਾ। ਇੰਨਾ ਦਵੰਦ ਸੀ ਮੇਰੇ ਮਨ 'ਚ। ਮੇਰੀ ਜ਼ਿੰਦਗੀ 36 ਸਾਲ ਤੱਕ ਪਟਿਆਲੇ ਵਾਲੇ ਘਰ 'ਚ, ਔਰ ਇੱਕ ਦਵੰਦ 'ਚ, ਇੱਕ ਡਾਊਟ 'ਚ। ਫਿਰ ਸਵਾਮੀ ਵਿਵੇਕਾਨੰਦ ਆਏ ਮੇਰੀ ਜ਼ਿੰਦਗੀ 'ਚ, ਹਾਂ, ਮੇਰੇ ਪਿਤਾ ਦੀ ਲਾਇਬ੍ਰੇਰੀ ਦੇ ਵਿੱਚ। ਉਹਨਾਂ ਨੇ ਇੰਨੀ ਅੰਦਰਲੀ ਰੌਸ਼ਨੀ ਕੀਤੀ, ਇੰਨੀ ਅੰਦਰਲੀ ਰੌਸ਼ਨੀ ਕੀਤੀ ਕਿ ਉਸ ਰੌਸ਼ਨੀ ਦੇ ਵਿੱਚ ਹਰ ਭੈ ਮਿਟ ਗਿਆ। ਉਸ ਰੌਸ਼ਨੀ ਦੇ ਵਿੱਚ ਇੱਕ ਨਵੇਂ ਸਿੱਧੂ ਦਾ ਜਨਮ ਹੋਇਆ, ਜਿਹਨੂੰ ਇਹ ਪਤਾ ਹੈ ਕਿ ਕਰਮ ਉਸ ਬੱਚੇ ਵਾਂਗ ਹੈ ਜਿਹੜਾ 100 ਗਊਆਂ 'ਚੋਂ ਆਪਣੀ ਮਾਂ ਲੱਭ ਲੂਗਾ। ਇਸ ਕਰਕੇ ਨਵਜੋਤ ਸਿੰਘ ਸਿੱਧੂ ਸਵਾਰਥ ਲਈ ਨਹੀਂ ਲੜ ਰਿਹਾ। ਨਵਜੋਤ ਸਿੰਘ ਸਿੱਧੂ ਦਾ ਕਿਰਦਾਰ ਰੱਬ ਨੇ ਨਾਮ ਨੇ ਇਹੋ ਜਿਹਾ ਦਿੱਤਾ ਕਿ ਉਹ ਕਹਿੰਦਾ ਮੇਰੇ ਨਾਲੋਂ ਵੱਧ, ਮੇਰੇ ਪੁੱਤਰ ਨਾਲੋਂ ਵੱਧ ਇਹ ਪੁੱਤਰ ਨੇ। ਇਹ ਸਮਝ, ਇਹ ਲਾਅ ਹੈ ਉਸ ਪਰਮਾਤਮਾ ਦੀ, ਜਿਸ ਪਤ ਰੱਖੇ ਸੱਚਾ ਸਾਹਿਬ, ਨਾਨਕ ਮੇਟ ਨ ਸਕੇ ਕੋਈ। ਜਿਹਨੂੰ ਸਦਾ ਸ਼ਿਵ ਦਾ ਨਾਮ ਹੋਵੇ, ਜਿਹਦੀ ਮਾਂ ਹਿੰਦੂ ਔਰ ਪਿਤਾ ਸਟੌਂਚ ਸਿੱਖ, ਗੁਰਬਾਣੀ ਕੰਠਸਥ, ਉਹ ਕਿਸ ਤਰ੍ਹਾਂ ਇਸ ਭਾਈਚਾਰੇ ਨੂੰ ਬਿਖਰਨ ਦਊਗਾ ਬੇਟਾ? ਉਹ ਕਿਉਂ ਨਹੀਂ ਲੜੂਗਾ? ਕਾਇਰ ਰੋਜ਼ ਮਰਦਾ ਹੈ, ਹਰ ਰੋਜ਼ 50 ਵਾਰ ਮਰਦਾ ਹੈ, ਥਰਥਰਾਉਂਦਾ ਹੈ, ਗਿੜਗੜਾਉਂਦਾ ਹੈ, ਫਿਰ ਦੁਸ਼ਮਣਾਂ ਦੇ ਹੱਥਾਂ 'ਚ ਖੇਡ ਕੇ ਸਟੇਟਮੈਂਟਾਂ ਦਿੰਦਾ ਹੈ, ਲੇਕਿਨ ਬਹਾਦਰ ਜੀਵਨ 'ਚ ਇੱਕ ਵਾਰ ਮਰਦਾ ਬੇਟਾ। ਔਰ ਉਸ ਮੌਤ ਦਾ ਵੀ ਪਰਮਾਤਮਾ ਕੋਈ ਪਰਪਸ ਤੈਅ ਕਰਦਾ ਹੈ। ਪਰ ਰੱਬ ਨਾਲ ਜੁੜਿਆ ਹੋਇਆ, ਧਰਮ ਦੇ ਮਾਰਗ ਦੇ ਉੱਤੇ ਤੁਰਿਆ ਹੋਇਆ ਹਾਰ ਨਹੀਂ ਸਕਦਾ। ਝੰਡੇ ਪੁੰਗੇ ਜੁਗੋ ਜੁਗ ਅਟਲ, ਧਰਮ का जय जयकार, देख जाके मेरी पीरी दे झंडे, राज बिना नहीं धर्म चले हैं, धर्म बिना सब तले मले हैं। उस राज ਦਾ ਕੀ ਕਰਨਾ ਹੈ ਜਿਹੜਾ ਧਰਮ ਨੂੰ ਨਾ ਪ੍ਰੋਟੈਕਟ ਕਰ ਸਕੇ? ਉਸ ਰਾਜ ਦਾ ਕੀ ਕਰਨਾ ਹੈ ਜਿਹੜਾ ਭੁੱਖਿਆਂ ਨੂੰ ਰਜਾ ਨਾ ਸਕੇ, ਰੋਂਦਿਆਂ ਨੂੰ ਹਸਾ ਨਾ ਸਕੇ, ਸਮਾਜ ਦੇ ਰੋੜਿਆਂ ਨੂੰ ਹਟਾ ਨਾ ਸਕੇ, ਉਜੜਿਆਂ ਨੂੰ ਵਸਾ ਨਾ ਸਕੇ? ਕੀ ਕਰਨਾ ਹੈ? ਮੇਰਾ ਇਸੇ ਨਾਲ ਜੁੜਿਆ ਸਵਾਲ ਜਿਹੜਾ ਮੈਂ ਕਿਹਾ ਸੀ ਕਿ ਚਾਚੀ ਦੇ ਜੇ ਮੁੱਛਾਂ ਹੁੰਦੀਆਂ, ਉਸ ਸੈਗਮੈਂਟ ਦਾ ਸਵਾਲ ਹੈ। ਅਗਰ ਕਾਂਗਰਸ ਸਰਕਾਰ ਬਣਾਉਣ 'ਚ ਕਾਮਯਾਬ ਨਹੀਂ ਰਹਿੰਦੀ ਤਾਂ ਸਿੱਧੂ ਫਿਰ ਕਿਵੇਂ ਦੇਖਦੇ ਆ ਆਪਣੇ ਆਪ? ਗੱਲ ਨੂੰ ਸੁਣ ਮਿੱਤਰ ਪਿਆਰੇ, ਮੈਨੂੰ ਪ੍ਰਗਟ ਸਿੰਘ ਲੈਣ ਆਇਆ ਸੀ, ਮੈਨੂੰ ਕਾਂਗਰਸ ਦਾ ਇੱਕ ਬੰਦਾ ਲੈਣ ਆਇਆ ਸੀ, ਮੈਨੂੰ ਪ੍ਰਸ਼ਾਂਤ ਕਿਸ਼ੋਰ ਲੈਣ ਆਇਆ ਸੀ। ਮੈਂ ਆਪਣੀ ਵਾਈਫ ਨੂੰ ਪ੍ਰਿਯੰਕਾ ਜੀ ਦੇ ਲੜ ਲਾਇਆ। ਮੈਂ ਕਿਹਾ ਜੀ ਮੇਰਾ ਫਾਦਰ 36 ਸਾਲ DCC ਪ੍ਰੈਜ਼ੀਡੈਂਟ ਸੀ, ਸੁਤੰਤਰਤਾ ਸੈਨਾਨੀ ਸੀ, ਉਹ ਜਵਾਹਰ ਲਾਲ ਨਹਿਰੂ ਜੀ ਦੇ ਨਕਸ਼ੇ ਕਦਮ ਤੇ ਤੁਰਦਾ ਸੀ, ਮੌਲਾਨਾ ਆਜ਼ਾਦ ਦਾ ਚੇਲਾ ਸੀ। ਤੇ ਮੈਂ ਕਿਹਾ ਤੁਸੀਂ ਮੇਰੇ ਕੋਲ ਮੈਨੂੰ ਕੁਝ ਕਹੋ, ਮੈਂ ਕਿੱਦਾਂ ਨਹੀਂ ਕਰੂੰਗਾ ਉਹ, ਪਰ ਮੈਂ ਪੋਲਿਟਿਕਸ ਨਹੀਂ ਆਉਣਾ ਚਾਹੁੰਦਾ। ਇੱਕ ਸਿਸਟਮ ਹੈ, ਉਸ ਸਿਸਟਮ ਦੇ ਖਿਲਾਫ ਕੋਈ ਖੜਾ ਹੀ ਨਹੀਂ ਕਰਦਾ, ਕੋਈ ਸਟੈਂਡ ਹੀ ਨਹੀਂ ਲੈਂਦਾ। ਉਹ ਸਿਸਟਮ ਫੀਡ ਕਰਦਾ ਹੈ, ਉਸ ਸਿਸਟਮ ਨੇ ਮਾਰਤਾ ਪੰਜਾਬ। ਜੇ ਤੇ ਉਸ ਸਿਸਟਮ ਨੂੰ ਉਹਨਾਂ ਨੇ ਕਿਹਾ, ਮੈਨੂੰ ਪ੍ਰਿਯੰਕਾ ਜੀ ਨੇ, ਉਹਨੇ ਕਿਹਾ ਜੇ ਸਿਸਟਮ ਬਦਲਣਾ ਤੇ ਸਿਸਟਮ ਦੇ ਵਿੱਚ ਜਾਣਾ ਪਏਗਾ ਨਵਜੋਤ ਸਿੰਘ। ਬਿਲਕੁਲ। ਤੇ ਮੈਂ ਉਹਨਾਂ ਦੇ ਕਹਿਣ ਦੇ ਉੱਤੇ ਇਸ ਸਿਸਟਮ ਦੇ ਵਿੱਚ ਆਇਆ। ਠੀਕ ਹੈ, ਹੋ ਸਕਦਾ ਹੈ ਉਹ ਮੈਨੂੰ ਕਾਬਲ ਸਮਝਣ ਜਾਂ ਨਾ ਸਮਝਣ, ਮੈਨੂੰ ਇਹਦਾ ਕੋਈ ਉਹ ਨਹੀਂ ਹੈ। ਲੇਕਿਨ ਨਵਜੋਤ ਸਿੰਘ ਸਿੱਧੂ ਜਿੰਨਾ ਉਹਨਾਂ ਨੂੰ ਪਿਆਰ ਕਰਦਾ, ਜਿੰਨਾ ਉਹਨਾਂ ਦੀ ਇੱਜ਼ਤ ਕਰਦਾ, ਜਿਸ ਤਰ੍ਹਾਂ ਜ਼ਿੰਦਗੀ ਉਹਨਾਂ ਦੇ ਲੜ ਲਾਈ ਹੈ, ਠੀਕ ਹੈ, ਰਾਹੁਲ ਜੀ ਨੂੰ ਪ੍ਰਧਾਨ ਮੰਤਰੀ ਦੇਖਣ ਦਾ ਸੁਪਨਾ, ਪ੍ਰਿਯੰਕਾ ਜੀ ਨੂੰ ਵੱਡੇ ਅਹੁਦੇ ਤੇ ਦੇਖਣ ਦਾ ਸੁਪਨਾ, ਉਸੇ ਤਰ੍ਹਾਂ ਪੰਜਾਬ ਨੂੰ ਸਵਾਰਨ ਦਾ ਸੁਪਨਾ। ਪੰਜਾਬ ਨੂੰ ਸਵਾਰਨ ਦਾ ਸੁਪਨਾ ਨਹੀਂ ਛੱਡੇਗਾ ਸਿੱਧੂ। ਉਹ ਲਈ ਰਾਜ ਸਭਾ ਗਈ ਜਾਵੇ, ਦਿੱਲੀ ਦਾ ਫੇਸ ਬਣਾਉਂਦੇ ਸੀ ਜਾਵੇ, MP ਗਿਰੀ ਜਾਵੇ, ਮੰਤਰਾਲੇ ਜਾਣ, PCC ਪ੍ਰੈਜ਼ੀਡੈਂਟਸ਼ਿਪ ਜਾਵੇ। ਪੰਜਾਬ ਨਾਲ ਸਮਝੌਤਾ ਨਹੀਂ ਹੈ। ਇਹ ਗੁਰੂ ਦਾ ਸਿੱਖ ਕਹਿੰਦਾ ਹੈ, ਇਹ ਸਦਾ ਸ਼ਿਵ ਦਾ ਭਗਤ ਕਹਿੰਦਾ ਹੈ, ਓ ਮਾਈ ਰੀਮ ਕਲੀਮ ਚਾਮੁੰਡਾ ਵਿੱਚ ਰੁਦਰਾ ਸਾਰੇ ਸਰੀਰ ਤੇ ਮਾਂ ਦਾ ਦਿੱਤਾ ਤੇ ਪਿਓ ਦੀ ਗੁਰਬਾਣੀ ਸਿਖਾਈ ਹੋਈ ਹੈ। ਸਿੱਧੂ ਧਰਮ ਤੋਂ ਨਹੀਂ ਹਟੇਗਾ। ਧਰਮਾਂ ਚੋਂ ਸਭ ਤੋਂ ਵੱਡਾ ਧਰਮ ਰਾਸ਼ਟਰ ਧਰਮ
ਇਸ ਮਿੱਟੀ ਦਾ ਰਿਣ ਚੁਕਾਣਾ ਹੀ ਚੁਕਾਣਾ ਹੈ। ਸਿੱਧੂ ਸਾਹਿਬ ਇੱਕ ਹੋਰ ਸਵਾਲ ਹੈ, ਤੁਹਾਡਾ ਸਭ ਨਾਲ ਪੇਚਾ ਕਿਉਂ ਪਿਆ ਰਹਿੰਦਾ? ਪੇਚਾ ਤੁਹਾਡੇ ਆਪਣਿਆਂ ਨਾਲ, ਵਿਰੋਧੀਆਂ ਨਾਲ ਤਾਂ ਚਲੋ ਪੈਣਾ ਹੀ ਹੈ, ਹੁਣ ਤੁਹਾਡੇ ਜਿਹੜੇ ਆਪਣੇ ਹੈ ਉਹ ਵੀ ਨਹੀਂ ਆਪਣੇ ਉੱਪਰ, ਮੈਂ ਆਪਣਿਆਂ ਦੇ ਖਿਲਾਫ ਕਦੇ ਬੋਲਿਆ? ਸਟੇਟਮੈਂਟ ਤਾਂ ਆਉਂਦੀ ਹੈ ਨਾ ਯਾਰ ਆਣ ਦੇ ਸਟੇਟਮੈਂਟ, ਕਿਹੜਾ ਕੋਈ ਬੰਬ ਹੈ? ਫਿਰ ਕੀ ਹੋ ਜਾਂਦਾ? ਸਟੇਟਮੈਂਟ ਉਹ ਦੇ ਕੇ ਉਹਨਾਂ ਦਾ ਅਖਬਾਰ 'ਚ ਨਾਮ ਲੈ ਜਾਂਦਾ, ਮੈਂ ਖੁਸ਼ ਹੁੰਨਾ। ਇਹ ਕੋਈ ਗੱਲ ਥੋੜਾ ਨਾ ਹੁੰਦੀ ਹੈ। ਨਵਜੋਤ ਸਿੰਘ ਸਿੱਧੂ ਦੀ ਵਿਚਾਰਧਾਰਾ ਦੀ ਲੜਾਈ ਹੈ, ਕਿਸੇ ਇੰਡੀਵਿਜੂਅਲ ਨਾਲ ਕਦੇ ਸੀ ਨਹੀਂ, ਸਮਝਦਾ ਨਾ? ਵਿਚਾਰਧਾਰਾ ਦੀ ਲੜਾਈ ਹੈ, ਔਰ ਉਹ ਵਿਚਾਰਧਾਰਾ ਜਿਹਦੇ ਨਾਲ ਮੈਂ ਜੁੜਿਆ ਹੋਇਆ ਉਹ ਕਨਸਟੀਟਿਊਸ਼ਨ ਦੀ ਵਿਚਾਰਧਾਰਾ ਹੈ। ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਭਾਰਤ ਭੂਸ਼ਣ ਆਸ਼ੂ ਤੁਸੀਂ ਸਟੇਟਮੈਂਟਸ ਇਨਫੈਕਟ ਸੁਣੀਆਂ ਹੋਣਗੀਆਂ, ਉਹ ਕਹਿੰਦੇ ਆ ਕਲਚਰ ਨਹੀਂ, ਕਲਚਰ ਸਮਝਣਾ ਹੋਏਗਾ ਕਾਂਗਰਸ ਦਾ। ਮੈਂ ਸਿੱਧੂ ਸਾਹਿਬ ਠਹਿਰ ਜਾ, ਇੱਥੇ ਲਿਆ ਕਲਚਰ। ਮੇਰਾ ਪਿਓ 50 ਸਾਲ ਦਾ ਕਾਂਗਰਸੀ, 36 ਸਾਲ ਡੀਸੀਸੀ ਪ੍ਰੈਜ਼ੀਡੈਂਟ, ਸਮਝਾ ਨਹੀਂ? ਮੈਂ 4 ਵਾਰ ਦਾ ਐਮਪੀ, ਸਮਝਾ ਨਹੀਂ? 2 ਵਾਰ ਦਾ ਐਮਐਲਏ। ਕਲਚਰ ਸਮਝਾਉਣਾ, ਸੂਰਜ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ, ਸੂਰਜ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ। ਫਿਰ ਮੇਰੇ ਖਿਲਾਫ 2000 ਕਰੋੜ ਦੀ ਪ੍ਰੈਸ ਕਾਨਫਰੰਸ ਕਿਉਂ ਨਹੀਂ ਹੋਈ ਮਿੱਤਰਾ? ਉਹਨਾਂ ਦੇ ਖਿਲਾਫ ਕਿਉਂ ਨਹੀਂ ਬੋਲਿਆ ਗਿਆ? ਦੱਸ ਨਾ। ਮੈਂ ਬੋਲੀ ਹੈ 2000 ਕਰੋੜ ਦੀ ਪ੍ਰੈਸ ਕਾਨਫਰੰਸ। ਮੇਰਾ ਛੋਟਾ ਭਾਈ ਆਸ਼ੂ, ਹਰ ਥਾਂ ਤੇ ਉਹਦੇ ਲਈ ਖੜਿਆ, ਹਰ ਥਾਂ ਤੇ ਉਹਦੇ ਲਈ ਲੜਿਆ। ਲੇਕਿਨ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਸਿੱਧੂ ਨੂੰ ਈਡੀ ਝਾਕ ਨਹੀਂ ਸਕਦੀ। ਮੈਂ ਰੰਧਾਵਾ ਸਾਹਿਬ ਦਾ ਵੀ ਜ਼ਿਕਰ ਕਰਨਾ ਚਾਹਨਾ, ਉਹ ਵੀ ਇਸ ਦੇ ਵਿੱਚ ਜ਼ਿਕਰ ਕਰਦੇ ਬੋਲੇ ਜਦੋਂ ਸਾਰੇ ਸੱਤਾ ਮਾਨਦੇ। ਉਹ ਕਹਿੰਦੇ ਕਿ ਜਦੋਂ ਦਾ ਮੈਂ ਗ੍ਰਹਿ ਮੰਤਰੀ ਬਣਿਆ, ਕਹਿੰਦੇ ਸਿੱਧੂ ਨਾਰਾਜ਼ ਹੈ। ਉਦੋਂ ਪਹਿਲਾਂ ਇਹੀ ਬੰਦੇ ਬੋਲਦੇ ਹੁੰਦੇ ਸੀ, ਮੈਂ ਕਿਸੇ ਦਾ ਨਾਂ ਨਹੀਂ ਲੈਣਾ। ਜਦੋਂ ਕੈਪਟਨ ਹੁੰਦਾ ਸੀਗਾ, ਸਟੇਟਮੈਂਟਾਂ ਆਉਂਦੀਆਂ ਹੁੰਦੀਆਂ 8-8 ਬੰਦਿਆਂ ਦੀਆਂ, ਸਿੱਧੂ ਬੋਲਿਆ ਜਾਓ ਗਰੇਬਾਨ ਚ ਝਾਂਕੋ। ਤੇ ਸਿੱਧੂ ਕੀ ਮੰਗਦਾ ਆਪਣੇ ਲਈ? ਸਿੱਧੂ ਨੇ ਸੱਤਾ ਹੰਡਾਈ ਜਦੋਂ ਤੁਸੀਂ ਚਿਪਕੇ ਹੁੰਦੇ ਸੀ, ਜਦੋਂ ਤੁਸੀਂ ਕੈਪਟਨ ਸਾਹਿਬ ਕਰਦੇ ਹੁੰਦੇ ਸੀ, ਸਿੱਧੂ ਉਦੋਂ ਵੀ ਲੜਦਾ ਸੀ। 4.5 ਸਾਲ ਸਿੱਧੂ ਲੜਦਾ ਰਿਹਾ। ਇਹ ਨਵਾਂ ਨਹੀਂ ਲੜਿਆ ਸਿੱਧੂ। ਜੇ ਗੁਰੂ ਦੀ ਬੇਅਦਬੀ ਤੇ ਸਵਾਲ ਨਹੀਂ ਕਰੂੰਗਾ ਤਾਂ ਕਿਹਦੇ ਤੇ ਕਰੂੰਗਾ? ਹੈਂ, ਕਿਹਦੇ ਤੇ ਕਰੂੰਗਾ? ਸਾਡੀ ਰਿਪੋਰਟ ਨਹੀਂ ਖੋਲ ਸਕੇ। ਰਿਪੋਰਟ ਐਸਟੀਐਫ ਵਾਲੀ, ਹਾਂਜੀ ਹੁਣ ਤਾਂ ਖੁੱਲ ਗਈ। ਕਿੱਥੇ ਖੁੱਲ ਗਈ ਰਿਪੋਰਟ? ਅੱਜ ਵੀ ਨਹੀਂ ਖੁੱਲੀ। ਨਹੀਂ, ਉਹ ਕਹਿੰਦੇ ਜਿਹੜੀ ਐਫਆਈਆਰ 49 ਪੰਨਿਆਂ ਦੀ ਹੋਈ ਹੈ, ਉਹਦੇ ਵਿੱਚ ਜ਼ਿਆਦਾਤਰ ਉਹ ਸਾਰਾ ਕੁਝ ਦੱਸਦਾ। ਫਿਰ ਖੋਲਦੇ ਨਾ ਰਿਪੋਰਟ, ਪਤਾ ਲੱਗਦਾ ਕੈਪਟਨ ਨੇ ਕੀਤਾ ਕੀ ਹੈ। ਇਹ ਯੂ ਸਕ੍ਰੈਚ ਮਾਈ ਬੈਕ, ਆਈ ਸਕ੍ਰੈਚ ਯੋਰ ਬੈਕ, ਇਹੀ ਚੱਲੀ ਗਿਆ ਪੰਜਾਬ 'ਚ। ਨਹੀਂ ਤੇ 6 ਸਾਲ ਹੋ ਜੇ ਸਾਡੇ ਗੁਰੂ ਦਾ ਇਨਸਾਫ ਨਾ ਹੋਵੇ। ਹੈਂ, ਮੈਂ ਤਾਕਤ ਨਹੀਂ ਹੰਡਾਈ ਛੋਟੇ ਵੀਰ, ਮੈਂ ਸੱਤਾ ਨਹੀਂ ਹੰਡਾਈ। ਸੱਚ ਨੂੰ ਸਮਝੋ। ਸ਼ੁਤਰਮੁਰਗ ਕਦ ਤੱਕ ਬਣੇ ਰਹਾਂਗੇ ਅਸੀਂ? ਕਦ ਤੱਕ ਸ਼ੁਤਰਮੁਰਗ ਦੀ ਮੈਂਟੈਲਿਟੀ ਲੈ ਕੇ ਸਿਰ ਮਿੱਟੀ 'ਚ ਦੱਬ ਕੇ? ਤੁਹਾਡੇ ਸਾਥੀ ਕਿਉਂ ਨਹੀਂ ਸਮਝਦੇ? ਜੇ ਮੇਰੇ ਨਾਲ ਕੋਈ ਨਹੀਂ ਖੜਾ ਤਾਂ ਨਾ ਖੜੇ, ਉਹਦੇ ਨਾਲ ਮੈਨੂੰ ਕੀ ਫਰਕ ਪੈਂਦਾ? ਮੈਂ ਫਿਰ ਵੀ ਉਹਦੇ ਨਾਲ ਖੜਾ। ਨਹੀਂ, ਪ੍ਰਧਾਨਗੀ ਤੋਂ ਬਾਅਦ ਵੀ ਇਕੱਲਾ ਮਹਿਸੂਸ ਕਰਦੇ ਹੋ ਕਾਂਗਰਸ 'ਚ? ਵਾਹ ਤੇਰੇ 6 ਇਲੈਕਸ਼ਨ ਕਿਹਨੇ ਜਿਤਾਇਆ? ਤੈਂ ਜਿਤਾਇਆ ਮੈਨੂੰ? ਇਹ ਤਾਂ ਵੋਟਾਂ ਹੋ ਗਈਆਂ ਨਾ, ਮੈਂ ਤਾਂ ਲੀਡਰਾਂ ਦੀ ਗੱਲ ਕਰ ਰਿਹਾ, ਕਾਂਗਰਸ ਦੇ ਅੰਦਰ। ਤੇ ਵੋਟਾਂ ਲੀਡਰ ਪਾਉਂਦੇ ਆ, ਤੇ ਹੁਣ ਕਿਸੇ ਦਾ ਸਾਥ ਨਾ ਮਿਲੇ ਤਾਂ ਪਰਵਾਹ ਨਹੀਂ। ਇੱਥੇ ਹੀ ਆ ਨਾ, ਲੀਡਰ ਕਿਹਨੇ ਬਣਾਇਆ? ਸਿੱਧੂ ਲੋਕਾਂ ਲਈ ਲੜਦਾ, ਸਿੱਧੂ ਪੰਜਾਬ ਲਈ ਲੜਦਾ, ਸਿੱਧੂ ਲੀਡਰਾਂ ਲਈ ਨਹੀਂ ਲੜਿਆ, ਲੀਡਰਾਂ ਨਹੀਂ ਹਰਾਇਆ। ਆ ਦੇਖ ਲੈ ਕੈਪਟਨ, ਇਹ ਲੀਡਰਾਂ ਨੇ ਹਰਾਇਆ 75-25 ਕਰਕੇ, ਲੋਕਾਂ ਨੇ ਨਹੀਂ ਹਰਾਇਆ, ਵਰਕਰਾਂ ਨੇ ਨਹੀਂ ਹਰਾਇਆ। ਇਸ ਕਰਕੇ ਕਿਵਾੜ ਖੋਲ। ਇੱਕ ਚੀਫ ਮਿਨਿਸਟਰ ਨੇ ਅਰਦਲੀ ਬਣਾ ਲਏ, ਐਮਐਲਏ ਐਮਪੀ, ਇੱਕ ਐਸਐਸਪੀ ਦੇ ਮੁਹਤਾਜ ਕਰਤੇ। ਅਫਸਰਸ਼ਾਹੀ ਕੀ ਹੈ? ਕਮਾਊ ਪੁੱਤ, ਫਾਈਲਾਂ ਕਲੀਅਰ ਕਰੋ। ਜਿਹੜਾ ਸਿੱਧੂ ਵਾਂਗ ਅੜਦਾ ਘਰੇ ਬਹਾਓ, ਕਿਉਂਕਿ ਉਹ ਪੋਸਟਿੰਗ ਉਹਨੂੰ ਦਿੰਦਾ, ਕਿਉਂਕਿ ਉਹਨੂੰ ਸਜ਼ਾ ਉਹ ਦੇ ਸਕਦਾ। ਇਸ ਕਰਕੇ ਸੈਂਟਰਲਾਈਜ਼ਡ ਪਾਵਰ ਹੈ ਚੀਫ ਮਿਨਿਸਟਰ ਦੇ ਕੋਲ। ਸਮਝਦਾ? ਪੰਜਾਬ ਦੇ ਲੋਕ ਇਹ ਸਮਝਦੇ ਆ ਇਸ ਵਾਰ। ਤਾਂ ਹੀ ਮੈਂ ਤੈਨੂੰ ਕਹਿਣਾ, ਇਹ ਧਰਤੀ ਆਪਣਾ ਵਾਰਿਸ ਖੁਦ ਚੁਣੇਗੀ। ਔਰ ਸਿੱਧੂ ਇਹਤਿਆਤ ਦੇ ਨਾਲ, ਤਰਕ ਦੇ ਨਾਲ, ਇੱਕ ਰੋਡ ਮੈਪ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਕਹੇਗਾ ਕਿ ਭਾਈ ਤੁਹਾਡਾ ਹੱਕ ਹੈ, ਤੁਹਾਡੇ ਹੱਕ ਸੱਚ ਲਈ ਲੜਦਾ ਸਿੱਧੂ, ਤੁਹਾਨੂੰ ਗੁੰਮਰਾਹ ਨਹੀਂ ਹੋਣ ਦਿਆਂਗਾ, ਤੁਹਾਡੇ ਨਾਲ ਝੂਠ ਨਹੀਂ ਬੋਲਾਂਗਾ, ਤੁਹਾਨੂੰ ਭਟਕਣ ਨਹੀਂ ਦਿਆਂਗਾ, ਤੁਹਾਨੂੰ ਭ੍ਰਮਿਤ ਨਹੀਂ ਹੋਣ ਦਿਆਂਗਾ। ਮੁੱਦਿਆਂ ਤੇ, ਮਸਲਿਆਂ ਤੇ ਖੜਾ ਸੀ, ਖੜਾ ਹਾਂ, ਖੜਾ ਰਹੂੰਗਾ। ਸਿੱਧੂ ਸਾਹਿਬ, ਜਿਹੜਾ ਤੁਸੀਂ ਪਲਾਨ ਦੱਸ ਰਹੇ ਹੋ, ਇਹ ਇੱਕ ਵਿਧਾਇਕ ਜਾਂ ਇੱਕ ਮੰਤਰੀ, ਜਿੰਨੀਆਂ ਚੀਜ਼ਾਂ ਤੁਸੀਂ ਜ਼ਿਕਰ ਕੀਤੀਆਂ, ਉਹਦੇ ਲਈ ਪੋਸੀਬਲ ਨਜ਼ਰ ਨਹੀਂ ਆਉਂਦਾ ਕਿ ਜੇ ਤੁਸੀਂ ਇੱਕ ਵਿਧਾਇਕ ਰਹੇ ਜਾਂ ਤੁਸੀਂ ਇੱਕ ਮੰਤਰੀ ਬਣੇ, ਜੇ ਹੁਣ ਤੁਸੀਂ ਸੀਐਮ ਵਾਲੀ ਕੁਰਸੀ ਤੱਕ ਪਹੁੰਚੋ ਤਾਂ ਹਰ ਇੱਕ ਡਿਪਾਰਟਮੈਂਟ ਤੁਹਾਡੇ ਅੰਡਰ ਹੋਵੇ, ਫਿਰ ਲੱਗ ਰਿਹਾ ਕਿ ਹਾਂ, ਰੇਤੇ ਵਾਲੀ ਵੀ, ਲਿਕਰ ਵਾਲੀ ਵੀ, ਨੌਕਰੀਆਂ ਦੀ ਵੀ, ਮਹਿਲਾਵਾਂ ਦੀ ਵੀ, ਹਰ ਡਿਪਾਰਟਮੈਂਟ ਹੋਏਗਾ। ਮੈਂ ਗੱਲ ਤਾਂ ਉਹੀ ਹੈ ਨਾ ਕਿ ਜੇ ਹੁਣ ਸੀਐਮ ਯਾਰ ਜੇ ਨੂੰ ਕਿਉਂ ਕਰੀ ਜਾਂਦਾ ਯਾਰ? ਨੋ ਇਫ ਨੋ ਬਟ ਨਹੀਂ ਸਿੱਧੂ ਦਾ ਜੱਟ, ਐਵੇਂ ਕਾਲੀ ਜੇ ਕਰੀ ਜਾਂਦਾ ਤੂੰ? ਮੈਨੂੰ ਇੱਕ ਗੱਲ ਦੱਸ, ਜਿਹੜਾ ਬੰਦਾ 4 ਪੈਗ ਲਾਉਂਦਾ ਹੋਵੇ, ਦਾਰੂ ਦੀਆਂ ਡਿਸਟਿਲਰੀਆਂ ਚਲਾਉਂਦਾ ਹੋਵੇ, ਨਕਲੀ ਸ਼ਰਾਬ ਵੇਚਦਾ ਹੋਵੇ, ਉਹ ਸਟੇਜ ਦੇ ਉੱਤੇ ਖੜ ਜੂ ਔਰ ਕਹਿ ਜੂਗਾ ਦਾਰੂ ਪੀਣਾ ਹਾਨੀਕਾਰਕ ਹੈ?
ਜਿਹੜਾ ਪਹਾੜਾਂ ਦੇ ਪਹਾੜ ਰੇਤੇ ਦੇ ਖਾ ਗਿਆ ਹੋਵੇ, ਜਿਹੜਾ ਰੇਤੇ ਦਾ ਧੰਦਾ ਕਰਦਾ ਹੋਵੇ, ਉਹ ਕਰ ਦੂਗਾ ਕਾਰਪੋਰੇਸ਼ਨ ਰੇਤੇ ਦੀ? ਚੋਰ ਕਦੇ ਚੋਰੀ ਫੜਦਾ ਹੈ? ਹੈ ਚੋਰ ਚੋਰ ਮੌਸੇਰੇ ਭਾਈ, ਇਹੀ 75-25। ਅਗਲਾ ਸਵਾਲ ਇਹ ਹੈ ਕਿ ਮੈਂ ਥੋੜਾ ਜਿਹਾ ਹੁਣ ਮੁੱਦਿਆਂ ਦੇ ਉੱਤੇ ਆਵਾਂ, ਇਨਫੈਕਟ ਸਾਰੀ ਮੁੱਦੇ ਹੀ ਸੀ। ਮੈਂ ਕਿਹਾ ਸਿੱਧੂ ਨਵਜੋਤ ਨਹੀਂ, ਮੈਂ ਗੱਲ ਕਰੇਗਾ ਤੇ ਮੁੱਦਿਆਂ ਦੀ ਗੱਲ ਕਰੇਗਾ, ਸੱਚ ਦੀ ਗੱਲ ਕਰੇਗਾ, ਹੱਕ ਦੀ ਗੱਲ ਕਰੇਗਾ। ਡਰੱਗਸ ਵਾਲੇ ਮੁੱਦੇ ਉੱਤੇ ਆਣਾ, FIR ਹੋਈ ਹੈ, ਗ੍ਰਿਫਤਾਰੀ ਨਹੀਂ ਹੋਈ, ਉਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੋਣਗੇ। FIR 6 ਸਾਲ ਪਹਿਲਾਂ ਬੇਅਦਬੀ ਤੇ ਨਹੀਂ ਹੋਈ ਸੀ? 3-4 ਸਿੱਟਾਂ ਬਣਾਦੀਆਂ, ਕੀ ਸਿੱਟਾ ਨਿਕਲਿਆ ਮਿੱਤਰਾ? ਜਦੋਂ ਵੀ ਕੋਈ ਕਤਲ ਹੁੰਦਾ ਹੈ, ਇੱਕ ਥਾਣੇਦਾਰ ਜਾਂਦਾ ਹੈ, FIR ਰਜਿਸਟਰ ਕਰਦਾ ਹੈ, ਅਰੈਸਟ ਕਰਕੇ ਅੰਦਰ ਦੇ ਦਿੰਦਾ ਹੈ। ਐਡਾ ਕਿਹੜਾ ਮਸਲਾ ਸੀ ਇਹ ਹੈ? ਤੇ ਫਿਰ ਜਦੋਂ ਸਵਾਂਗ ਰਚਿਆ ਗੁਰੂ ਦਾ ਸੌਦਾ ਸਾਧ ਨੇ, ਹਾਂਜੀ, ਤੁਸੀਂ 5 ਸਾਲ ਉਹ ਤੋਂ ਵੋਟਾਂ ਲਈਆਂ, ਕੀ ਐਕਸ਼ਨ ਕੀਤਾ ਤੁਸੀਂ? ਉੱਤੇ ਮਾਫੀ ਦਵਾਈ ਉਹਨੂੰ, ਹਾਂਜੀ, ਉਹਦੀ ਬਾਹ ਮਰੋੜ ਕੇ ਰੱਖੀ, ਚਾਰਜ ਨਹੀਂ ਫਰੇਮ ਹੋਣ ਦਿੱਤੇ। ਅਕਾਲ ਤਖਤ ਦੇ ਜਥੇਦਾਰ ਤੁਸੀਂ ਲਿਫਾਫਿਆਂ ਚੋਂ ਕੱਢੇ, ਆਪਣੇ ਘਰ ਬੁਲਾਏ, ਤੇ ਹੁਣ ਤੁਸੀਂ ਕਹਿੰਦੇ ਹੋ ਵੰਡੈਟਾ। ਪੰਜਾਬ ਦੇ ਲੋਕਾਂ ਨੇ ਘਰੋਂ ਨਹੀਂ ਨਿਕਲਣ ਦਿੱਤਾ ਤੁਹਾਨੂੰ, ਜੁੱਤੀਆਂ ਪਈਆਂ ਵੱਡੇ ਬਾਦਲ ਦੇ, ਸਮਝਦਾ ਨਹੀਂ? ਗੋਬਰ ਲੈ ਕੇ ਖੜੇ ਸੀ ਲੋਕ, ਤੇ 45 ਸੀਟਾਂ ਤੋਂ ਤੁਸੀਂ 16 ਤੇ ਆ ਗਏ, ਤੇ ਬੀਜੇਪੀ 1 ਤੇ ਆ ਗਈ। ਇਹ ਪ੍ਰਮਾਣ ਨਹੀਂ ਹੈ ਵੀ ਇੱਥੇ ਕਿਸੇ ਦਾ ਕੋਈ ਵੰਡਾਟਾ ਨਹੀਂ ਸੀ, ਪੰਜਾਬ ਦੇ ਲੋਕਾਂ ਨੇ ਇਨਸਾਫ ਕੀਤਾ। ਯਾਰ ਐਤਕੀ ਵੀ ਮਿੱਤਰਾ ਅਦਾਲਤ ਲੋਕਾਂ ਦੀ ਉਹ ਹੈ, ਬਿਲਕੁਲ ਹਰ ਵਾਰ ਰਹਿਣੀ ਹੈ ਜਿੱਥੇ ਇਨਸਾਫ ਹੋਣਾ ਹੈ। ਕੁਲੀਨ ਤੰਤਰ ਚ ਰਾਣੀ ਦਾ ਬੇਟਾ ਰਾਜਾ, ਬਾਦਲ ਵਰਗਾ ਧ੍ਰਿਤਰਾਸ਼ਟਰ ਵੀ ਰਾਜਾ, ਜਿਹਨੂੰ ਆਪਣੇ ਪੁੱਤ ਤੋਂ ਇਲਾਵਾ ਦਿਖੇ ਹੀ ਕੁਛ ਨਹੀਂ, ਠੀਕ ਹੈ? ਰਾਜਤੰਤਰ ਚ ਜਿਹੜਾ ਤਕੜਾ ਲਾਠੀ ਜਿਹਦੀ ਉਹਦੀ ਭੈਂਸ ਦੇਖਿਆ ਨਹੀਂ ਤੂੰ? ਚੀਫ ਮਿਨਿਸਟਰ ਡਰਾ ਕੇ ਰੱਖਦਾ ਸਭ ਨੂੰ, ਲੈ ਵੀ ਤੇਰੀ ਬਦਲੀ ਤੇਰੀ ਆ, ਤੇਰਾ ਆ ਨਹੀਂ ਕਰਾਂਗੇ, ਤੇਰਾ ਉਹ ਨਹੀਂ ਕਰਾਂਗੇ, 5 ਪੁਲ ਰੋਕਤੇ, ਆ ਰੋਕਤਾ, ਲਕੀਰਾਂ ਮਟੇਣ, ਠੀਕ ਹੈ? ਲੇਕਿਨ ਲੋਕਤੰਤਰ ਦੇ ਵਿੱਚ ਲੋਕ ਬਣਾਉਂਦੇ ਆ ਰਾਜਾ, ਮਤਪੇਟੀ ਦੇ ਗਰਭ ਚੋਂ ਪੈਦਾ ਹੁੰਦਾ ਰਾਜਾ। ਲੋਕਤੰਤਰ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਬਦਲਾਵ ਜ਼ਿੰਦਾਬਾਦ, ਲੋਕਾਂ ਦਾ ਵੱਧਦਾ ਸਵਾਲਾਂ ਦਾ ਸੈਲਾਬ ਜ਼ਿੰਦਾਬਾਦ। ਮੈਂ ਇਸੀ ਗੱਲ ਪਿੱਛੇ ਆ ਰਿਹਾ, ਸੈਕਟਰੀਜ਼ ਕੇਸ ਵਾਲਾ। 2022 ਦੇ ਵਿੱਚ ਜੇ ਸਰਕਾਰ ਰਿਟੇਨ ਤੁਸੀਂ ਕਰਦੇ ਹੋ ਤਾਂ ਦੱਸੋ ਲੋਕਾਂ ਨੂੰ ਕਿ ਸੈਕਟਰੀਜ਼ ਕੇਸ 6 ਮਹੀਨੇ 'ਚ ਸੋਚੀਏ ਇਨਸਾਫ ਹੋ ਜਾਏਗਾ। ਮਤਲਬ ਐਸੀ ਗੱਲ ਹੋਵੇਗੀ ਜਿਹੜੀ ਲੋਕਾਂ ਤੱਕ ਪਹੁੰਚ ਸਕੇ। ਲੋਕ ਜਾਣਨਾ ਚਾਹੁੰਦੇ ਨੇ ਕਿ ਸਾਨੂੰ ਟਾਈਮ ਦੱਸੋ ਕਿ ਤੁਹਾਡੀ ਸਰਕਾਰ ਬਣ ਰਹੀ ਹੈ, ਕਿੰਨੀ ਦੇਰ 'ਚ ਤੁਸੀਂ ਸਾਨੂੰ 2022 ਦੇ ਐਂਡ ਤੱਕ ਇਨਸਾਫ ਦਿਵਾ ਦੋਗੇ। ਮੈਨੂੰ ਲੱਗਦਾ ਤੂੰ ਛੋਟਾ ਹੈ ਜਾਂ ਤਾਂ ਆਸ਼ਾ ਭੋਂਸਲੇ ਦਾ ਉਹ ਗਾਣਾ ਨਹੀਂ ਸੁਣਿਆ, ਆਗੇ ਵੀ ਜਾਣੇ ਨਾ ਤੂੰ ਪਿੱਛੇ ਵੀ ਜਾਣੇ ਨਾ ਤੂੰ, ਜੋ ਵੀ ਹੈ ਬਸ ਯਹੀ ਇੱਕ ਪਲ ਹੈ। ਤੁਸੀਂ ਸ਼ਾਇਦ ਲੋਕਾਂ ਨੂੰ ਇਸ ਪਲ ਚੋਂ ਕੱਢ ਕੇ ਪਤਾ ਨਹੀਂ 6 ਮਹੀਨੇ ਅੱਗੇ ਲੈ ਜਾਣੋ, ਪਤਾ ਨਹੀਂ 8 ਮਹੀਨੇ ਲੱਗੇ ਲੈ ਜਾਣੋ। ਸਿੱਧੂ ਪਲ 'ਚ ਜਿਉਂਦਾ ਹੈ, ਅੱਜ 'ਚ ਜਿਉਂਦਾ ਹੈ। ਅੱਜ ਦੇ ਸਵਾਲ ਕਰ ਮਿੱਤਰਾ, ਅੱਜ ਦਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਨੂੰ ਇਸ ਕਰਜ਼ੇ ਦੇ ਦਲਦਲ ਚੋਂ ਕੱਢੂ ਕੌਣ, ਤੇ ਕਿਵੇਂ ਕੱਢੂ, ਤੇ ਕੌਣ ਲਾਗੂ ਕਰੂ। ਇੱਥੇ ਖੜ, ਮਸਲਿਆਂ ਤੇ ਖੜ ਇੰਪਲੋਇਮੈਂਟ ਤੇ, ਜਿਹੜਾ ਸਭ ਤੋਂ ਵੱਡਾ ਮਸਲਾ ਹੈ, ਖੜ ਲਾਅ ਐਂਡ ਆਰਡਰ ਤੇ, ਠੀਕ ਹੈ ਕਿ ਨਹੀਂ? ਬੇਅਦਬੀ, ਜਿੱਥੇ ਦੋ ਮੁੱਖ ਮੰਤਰੀ ਬਦਲੇ ਗਏ। ਮੈਂ ਤਾਂ ਉਹੀ ਕਰਾਂਗੀ, ਬੇਅਦਬੀ ਦਾ ਇਨਸਾਫ ਕਦੋਂ ਮਿਲੇਗਾ ਨਾ, ਲੋਕ ਜਾਣਨਾ ਚਾਹੁੰਦੇ ਨੇ ਕਿ ਕੋਈ ਰੋਡ ਮੈਪ ਹੋਵੇ। ਭਾਈ ਸਿੱਟਾਂ ਨਾਲ ਤਾਂ ਨਹੀਂ ਮਿਲੇਗਾ, ਥਾਣੇਦਾਰ ਦੇ ਸਕਦਾ। ਜਵਾਬ ਦੇਤਾ ਕਿ ਨਹੀਂ ਦੇਤਾ? ਜਿਹੜੀ SIT ਬਣੀ ਇਹਨਾਂ ਨਾਲ ਕੁਝ ਨਹੀਂ ਹੋਣਾ। ਮੈਂ ਤਾਂ ਤੁਹਾਨੂੰ ਉਦੋਂ ਵੀ ਕਿਹਾ ਸਿੱਟ ਡਾਊਨ, ਕੋਈ ਸਿੱਟਾ ਨਹੀਂ। ਜਦੋਂ ਤੁਸੀਂ ਕੋਈ ਕਤਲ ਦਾ ਮੁਕੱਦਮਾ, ਦੱਸ ਕੌਣ ਫੈਸਲਾ ਕਰਦਾ? ਥਾਣੇਦਾਰ FIR ਦਰਜ ਕਰਦਾ, ਨਾਮ ਤੇ ਦਰਜ ਕਰਦਾ, ਚੁੱਕ ਕੇ ਲੈ ਆਉਂਦਾ। ਮੈਂ ਕਹਿੰਦਾ ਦੇਖੋ ਕੋਈ ਉਹ ਨਹੀਂ ਹੁੰਦੀ। ਕਮਿਸ਼ਨਰ ਹੁੰਦਾ ਸੀ ਕੁੰਵਰ ਵਿਜੇ ਪ੍ਰਤਾਪ, ਥਾਣੇਦਾਰ ਸੀ, ਮੇਰਾ ਦੋਸਤ ਆਇਆ, ਉਹਦੇ ਬਟੂਏ ਦੇ ਵਿੱਚ ਬੜੇ ਕਾਰਡ ਕੂੜ ਜੇ ਸੀ, ਠੀਕ ਹੈ, ਅੰਮ੍ਰਿਤਸਰ 'ਚ, ਤੇ ਉਹ ਦਰਬਾਰ ਸਾਹਿਬ ਦੇ ਬਾਹਰ ਉਹਦਾ ਬਟੂਆ ਚੋਰੀ ਹੋ ਗਿਆ। ਤੇ ਮੈਂ ਹੁਣ ਥਾਣੇਦਾਰ ਨੂੰ ਬੁਲਾ ਕੇ, ਮੈਂ ਉਹ ਗੱਲ ਸੁਣ, ਵਿਦੇਸ਼ ਤੋਂ ਆਇਆ ਬੰਦਾ ਇਹ ਲੈ ਕੇ ਜਾਏਗਾ ਮਹਿਮਾਨ ਨਵਾਜ਼ੀ, ਸਾਡੀ ਪੁਲਿਸ ਦੀ ਤਾਕਤ ਦੇ। 1.5 ਘੰਟੇ 'ਚ ਥਾਣੇਦਾਰ ਨੇ ਮੈਨੂੰ ਉਹ ਬਟੂਆ ਦਿੱਤਾ ਸੀ। ਮੈਂ ਡਰੱਗਸ ਦੇ ਉੱਤੇ ਵੀ ਜਾਣਨਾ ਚਾਹੁੰਦਾ। ਕੇਜਰੀਵਾਲ ਕਹਿੰਦੇ 6 ਮਹੀਨੇ 'ਚ ਨਸ਼ਾ ਖਤਮ ਕਰ ਦਾਂਗੇ, ਕੋਈ ਰੋਡ ਮੈਪ ਹੈ? ਉਹਨੇ 4 ਮਹੀਨੇ 'ਚ, ਦੇਖੋ ਨਹੀਂ, ਸਿੱਧੂ ਸਾਹਿਬ ਜਾਣਨਾ ਚਾਹੁੰਦੇ ਨੇ ਨਾ ਲੋਕ ਕਿ ਕਦੋਂ ਹੋਏਗਾ। ਕਿਆ ਮੈਂ ਦੱਸਦਾ, ਇਹੀ ਮੈਂ ਕੁੜੀਆਂ ਨਾਲ ਕਰ ਰਿਹਾ, ਸੁਣਨਾ ਕਿ ਜੇ ਦਮ ਹੈ ਤਾਂ ਸੁਣ। ਇਹਦੇ 3 ਪਾਰਟਸ ਨੇ। ਪਹਿਲਾ ਪਾਰਟ ਕਿ ਤੁਸੀਂ ਯੂਥ ਨੂੰ ਆਰੇ ਕਦ ਲਾਇਆ, ਉਹਨੂੰ ਓਪਰਚੁਨਿਟੀ ਕਦ ਦਿੱਤੀ ਹੈ। ਕਿ ਕਪਿਲ ਸ਼ਰਮਾ ਐਡਾ ਵੱਡਾ ਸਟਾਰ ਬਣ ਸਕਦਾ ਸੀਗਾ ਜੇ ਉਹ ਇੱਥੇ ਨਾਟਸ਼ਾਲਾ 'ਚ ਕੰਮ ਕਰਦਾ ਰਹਿੰਦਾ? ਉਹਨੂੰ ਪਲੇਟਫਾਰਮ ਚਾਹੀਦਾ ਸੀ। ਬਿਲਕੁਲ, ਟੈਲੈਂਟ ਇਜ਼ ਨਥਿੰਗ ਵਿਦਆਊਟ ਓਪਰਚੁਨਿਟੀ। ਭਾਰਤੀ ਉੱਥੇ ਪਹੁੰਚ ਸਕਦੀ ਸੀ। ਇਹ ਛੋਟਾ ਜਿਹਾ ਉਦਾਹਰਣ ਹੈ। ਤੁਸੀਂ ਕਿਹੜੀ ਓਪਰਚੁਨਿਟੀ ਦਿੱਤੀ ਹੈ ਯੂਥ ਨੂੰ? ਡਿਗਰੀਆਂ ਲਈ ਫਿਰਦੇ ਹੈ, ਨੌਕਰੀਆਂ ਹੈ ਨਹੀਂ। ਤੁਸੀਂ ਕਿਹੜੀ ਸਕਿੱਲ ਨਾਲ ਉਹਨਾਂ ਨੂੰ ਨਵਾਜ਼ਿਆ? ਉਹਨਾਂ ਦੇ ਹੁਨਰ ਨੂੰ ਤਰਾਸ਼ ਕੇ ਉਹਨਾਂ ਨੂੰ ਕਿਹੜੀ ਕਲਾ ਦਿੱਤੀ ਹੈ? ਨੰਬਰ 2, ਮੈਂ ਜਦੋਂ ਛਿੱਕਾ ਮਾਰਦਾ ਸੀ ਮਿੱਤਰਾ, ਕਈ ਵਾਰ ਮੈਂ ਫੀਲਡਿੰਗ ਕਰਦਾ ਸੀ, ਮੈਨੂੰ ਅੱਜ ਵੀ ਪਹਿਲਾਂ ਮੈਨੂੰ ਗੱਡਾ ਫੀਲਡਰ ਕਹਿੰਦੇ ਹੁੰਦੇ ਸੀ, ਮੈਂ ਫੀਲਡਰ ਚੰਗਾ ਨਹੀਂ। ਮੈਂ ਇੰਨਾ ਇੰਪਰੂਵ ਕਰ ਗਿਆ ਆਪਣੇ ਮੁੰਡੇ ਦੇ ਕਹਿਣ ਤੇ ਕਿ ਮੈਂ ਕਿਤੇ ਡਾਈਵ ਮਾਰ ਕੇ ਕੈਚ ਫੜਿਆ। ਮੇਰੀ ਸੁਪਨਾ ਸੀ ਸਭ ਤੋਂ ਵੱਡਾ। ਮੈਂ ਅੱਜ ਵੀ ਕਈ ਵਾਰ ਉਹ ਸੁਪਨਾ ਦੇਖਦਾ ਹੁੰਦਾ। ਉਹ ਨਸ਼ਾ ਹੈ, ਉਹ ਹਾਈ ਹੈ ਕਿ ਤੁਸੀਂ ਕਿਸੇ ਨੂੰ ਸਪੋਰਟਿੰਗ ਹਾਈ ਦਿੱਤੀ ਹੈ?
ਸਵਾਮੀ ਵਿਵੇਕਾਨੰਦ ਕਹਿੰਦੇ ਸੀ ਇਫ ਆਈ ਹੈਵ ਟੂ ਸਰਚ ਫॉर ਗੋਡ ਵੈਨ ਆਈ ਐਮ ਯੰਗ ਆਈ ਵਿਲ ਸਰਚ ਫॉर ਹਿਮ ਇਨ ਦੀ ਫੁੱਟਬਾਲ ਫੀਲਡ। ਤੁਸੀਂ ਉਹਦੀ ਸ਼ਕਤੀ ਨੂੰ ਸੰਚਾਲਿਤ ਕੀਤਾ। ਨੰਬਰ 2, ਇਹ ਜਿਹੜਾ ਨਸ਼ੇ ਦੇ ਵਿੱਚ ਪੈ ਗਏ, ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਅੰਦਰ ਦੇਈ ਜਾਂਦੇ ਹੋ। ਮੈਨੂੰ ਐਂ ਦੱਸ, ਰੀਹੈਬਿਲਿਟੇਸ਼ਨ ਦਾ ਕੀ ਪਲਾਨ ਹੈ ਤੁਹਾਡੇ ਕੋਲ? ਮੈਂ ਭਗਵੰਤ ਮਾਨ ਬਾਰੇ ਜ਼ਰੂਰ ਸਵਾਲ ਕਰਨਾ ਚਾਹੁੰਦਾ। ਤੁਸੀਂ ਕਿਹਾ ਕਿ ਉਹ ਮੇਰਾ ਭਰਾ ਹੈ, ਤੁਸੀਂ ਖੁੱਲ ਕੇ ਭਗਵੰਤ ਮਾਨ ਬਾਰੇ ਕੁਝ ਨਹੀਂ ਬੋਲਦੇ, ਕੇਜਰੀਵਾਲ ਬਾਰੇ ਬਹੁਤ ਬੋਲਦੇ। ਭਗਵੰਤ ਮਾਨ ਬੋਲਦਾ ਹੈ, ਭਗਵੰਤ ਮਾਨ ਕਹਿੰਦੇ ਦੇਖੋ 6 ਵਾਰ ਕਹਿਣਾ ਪੈਂਦਾ ਆਪਣੀ ਰੈਲੀ 'ਚ ਠੋਕੋ ਤਾੜੀ, ਮੈਨੂੰ ਇੱਕ ਵਾਰ ਨਹੀਂ ਕਹਿਣਾ ਪੈਂਦਾ। ਦੇਖੋ ਮੇਰੀ ਗੱਲ ਨੂੰ ਸੁਣੋ, ਉਹ ਮੇਰੇ ਬਾਰੇ ਬੋਲਦਾ, ਮੈਂ ਇੰਪੋਰਟੈਂਟ ਹੋਊਗਾ ਤਾਂ ਬੋਲਦਾ। ਮੈਂ ਤੇ ਅੱਜ ਵੀ ਛੋਟਾ ਭਾਈ ਮੰਨਦਾ। ਉਹ 2 ਵਾਰ MP ਰਿਹਾ, ਉਹ ਦੱਸੇ ਆਪਣੇ ਲੋਕਾਂ ਨੂੰ ਵੀ ਮੈਂ ਆਹ ਕੀਤਾ। 3 ਮੌਕੇ ਦਿੱਤੇ ਬਰਨਾਲੇ ਵਾਲਿਆਂ ਨੇ MLA ਨੂੰ, ਭੱਜ ਕੇ ਛੱਡ ਕੇ ਉਹ 10 ਤਾਂ MLA ਸਾਡੇ ਕੋਲ ਆ ਗਏ। ਕੁਕੜੀ ਦੇ ਖੰਘਾਂ ਵਾਂਗ ਝਾੜੂ ਖਿਲਰ ਗਿਆ ਕਿ ਦੱਸ ਨਾ ਕੀ ਕੀਤਾ ਹੈ, ਦਿੱਲੀ 'ਚ ਕੀ ਕੀਤਾ ਹੈ, ਦੱਸ ਨਾ, ਗੁੰਮਰਾਹ ਕੀਤਾ। ਇਸ ਕਰਕੇ ਜਦੋਂ ਮੈਂ ਉਹਨੂੰ ਬਹਿਸ ਦੀ ਆਮੰਤਰਣ ਦਿੰਦਾ, ਉਹ ਆਪਦਾ ਅਰਦ ਲਈ ਕਿਉਂ ਲੱਭਦਾ? ਭਾਈ ਪੌਂਟੀ ਚੱਡੇ ਨੂੰ ਠੇਕੇ ਕਿਹਨੇ ਦਿੱਤੇ? ਭਗਵੰਤ ਨੇ ਦਿੱਤੇ ਹੈ। 8 ਲੱਖ ਨੌਕਰੀ ਕਿਹਨੇ ਗਈ ਸੀ ਤੇ 440 ਦਿੱਤੀ ਕਿਹਨੇ ਦਿੱਤੀ? ਬੰਧੂਆ ਮਜ਼ਦੂਰ ਬਣਾ ਕੇ ਰੱਖੇ ਟੀਚਰ ਕਿਹਨੇ ਬਣਾਇਆ? ਹਾਂਜੀ, ਜਨਾਨੀ ਕੋਈ ਰੱਖੀ? ਕੋਈ ਵੀ ਮੇਰੀ ਧੀ ਭੈਣ ਬੇਟੀ ਕੋਈ ਵੀ ਮਹਿਲਾ ਕੈਬਨਿਟ 'ਚ ਹੈ? ਕੋਈ ਪੰਜਾਬੀ ਹੈ? ਕੀ ਸਟੈਂਡ ਹੈ SYL ਤੇ? ਹਾਂਜੀ, ਕੀ ਸਟੈਂਡ ਹੈ ਤੇਰਾ ਕਿ ਤੂੰ ਨੋਟੀਫਾਈ ਕੀਤੇ ਕਾਲੇ ਕਾਨੂੰਨ? ਹੈ ਕੀ ਸਟੈਂਡ ਹੈ ਤੇਰਾ ਕਿ ਥੁੱਕ ਕੇ ਚੱਟਿਆ ਤੂੰ ਮਜੀਠੀਏ ਤੋਂ ਮਾਫੀ ਮੰਗੀ? ਕੋਈ ਇੱਕ ਥਾਂ ਤੇ ਤਾਂ ਖੜੇ। ਉਹ ਆਪਣੀ ਸਟੇਟਮੈਂਟ ਕਰਨੇ। ਮੈਂ ਇੱਕ ਆਖਰੀ ਸਟੇਟਮੈਂਟ ਨਹੀਂ, ਕੋੜ ਕਿੱਲਾ ਅਰਾਧਿਆ ਦੇਵ ਰੱਖਣਾ ਚਾਹੀਦਾ ਇਹਨੂੰ। ਕੋੜ ਕਿੱਲਾ ਵੀ ਇਹਦੇ ਨਾਲ ਛੇਤੀ ਰੰਗ ਨਹੀਂ ਬਦਲਦਾ, ਫਰਾਡ ਆਦਮੀ ਹੈ। ਪੁੱਛ ਪ੍ਰਸ਼ਾਂਤ ਭੂਸ਼ਣ ਤੋਂ, ਪੁੱਛ ਜਿਹੜਾ ਪਿਛਲੀ ਵਾਰ ਕਹਿੰਦਾ ਸੀ ਉਹ ਮੁੰਡਾ ਵਧੀਆ ਬੰਦਾ, ਉਹ ਕੀ ਨਾਮ ਉਹਦਾ, ਕੁਮਾਰ ਵਿਸ਼ਵਾਸ। ਹਾਂ, ਪੁੱਛਣਾ ਕਿੱਦਾਂ ਕੱਢੇ ਇਹਨੇ ਲੋਕ। ਇਹ ਤੇ ਸੁਰੱਖਿਆ ਦਾ ਸ਼ਿਕਾਰ ਬੰਦਾ ਹੈ। ਚਲੋ ਇੱਕ ਮੈਂ ਥੋੜਾ ਜਿਹਾ ਰਿਮੋਟ ਨਾਲ ਚਲਾਉਂਗੇ ਸਾਨੂੰ, ਨਿੱਜੀ ਸਵਾਲ ਵੀ ਪੰਜਾਬੀ ਪੁੱਛਦਾ। ਮਰ ਗਏ। ਅੱਛਾ, ਐਸਟ੍ਰੋਲੋਜੀ ਨੂੰ ਮੰਨਦੇ ਹੋ ਤੁਸੀਂ? ਬਿਲਕੁਲ ਮੰਨਦਾ, ਸਾਇੰਸ ਹੈ। ਮੇਰੀ ਮਾਂ ਮੰਨਦੀ ਸੀ ਐਸਟ੍ਰੋਲੋਜੀ ਨੂੰ। ਮੇਰੀ ਮਾਂ, ਦੇਖੋ ਗੁਰੂ ਕੌਣ ਹੁੰਦਾ ਸਭ ਤੋਂ ਵੱਡਾ? ਮੈਂ ਤੈਨੂੰ ਪੁੱਛਦਾ, ਸਕੂਲ ਜਾਣ ਤੋਂ ਪਹਿਲਾਂ ਬੰਦਾ ਕਿਹਦੀ ਗੋਦੀ ਖੇਡਦਾ? ਪੇਰੈਂਟਸ ਦੀ। ਉਹਦੇ 'ਚ ਸਭ ਤੋਂ ਵੱਡਾ ਗੁਰੂ ਕੌਣ ਹੈ? ਮਾਂ। ਮੇਰੀ ਮਾਂ ਕਿੱਟੀ ਪਾਰਟੀਆਂ ਤੇ ਨਹੀਂ ਸੀ ਜਾਂਦੀ, ਮੈਨੂੰ ਵੇਦਾਂ ਦੇ ਵਿੱਚੋਂ ਕਹਾਣੀਆਂ ਸੁਣਾਉਂਦੀ ਸੀ। ਮੇਰਾ ਪਿਓ ਮੈਨੂੰ ਸ਼ਾਮ ਨੂੰ ਬਿਠਾ ਕੇ 1 ਘੰਟਾ ਗੁਰੂ ਗ੍ਰੰਥ ਸਾਹਿਬ ਸਮਝਾਉਂਦਾ ਸੀ। ਹੈਂ, ਸਾਡੇ ਸੰਸਕਾਰ ਨੇ ਦਿੱਤੇ ਹੋਏ ਆ ਮੌਲੀਆਂ ਮੇਰੀ ਮਾਂ ਦੀਆਂ ਨੇ। ਅੱਜ ਵੀ ਜਿਹੜੀਆਂ ਮੂਰਤੀਆਂ ਨੂੰ ਉਹ ਅਰਾਧਿਆ ਦੇਵ ਮੰਨਦੀ ਸੀ, ਅੱਜ ਵੀ ਉਹ ਮੰਤਰ ਕੰਠਸਥ ਨੇ। ਓਮ ਹੌਮ ਓਮ ਜੂਮ ਓਮ ਸਾਹਾ ਓਮ ਭੂ ਓਮ ਭੁਵਾ ਓਮ ਸਵਾਹਾ ਓਮ त्र्यंबकम यजामहे सुगंधिम पुष्टिवर्धनम उर्वारुकमिव बंधना मृत्योर्मुक्षीयमामृतात् ओम स्वाह ओम भुवा ओम भू ओम सह ओम जूम ओम हौम। ਰੁਦਰ ਸ਼ਰੀਰ ਦੇ ਉੱਤੇ ਮਾਂ ਦਾ ਦਿੱਤਾ ਹੋਇਆ ਵਾਲ ਵਿੰਗਾ ਕਰੇ ਕੋਈ। ਮੈਂ ਐਸਟ੍ਰੋਲੋਜੀ ਇਸ ਕਰਕੇ ਪੁੱਛਿਆ, ਮੈਨੂੰ ਇਹ ਸੁਣਨ ਚ ਆਇਆ, ਜਾਣਕਾਰੀ ਮਿਲੀ ਕਿ ਐਸਟ੍ਰੋਲੋਜਰ ਨੇ ਤੁਹਾਨੂੰ ਕਿਹਾ ਕਿ ਇੱਕ ਦਿਨ ਤੁਸੀਂ CM ਜ਼ਰੂਰ ਬਣੋਗੇ। ਕੀ ਇਹ ਸੱਚ ਹੈ? ਮੇਰੀ ਗੱਲ ਸੁਣ, ਪੰਜਾਬ ਦੇ ਲੋਕਾਂ ਦਾ ਇਹ ਫੈਸਲਾ ਹੈ। ਇਹਨਾਂ ਗੁੱਥੀਆਂ 'ਚ ਨਾ ਉਲਝਾ, ਇਹ ਗੁੱਥੀਆਂ ਬਣਾਉਣ ਵਾਲਾ ਹੀ ਸਿੱਧੂ ਹੈ। ਪੰਜਾਬ ਦੇ ਲੋਕਾਂ ਦੀ ਤਾਕਤ ਹੈ, ਰਾਜਾ ਬਣਾਉਣ, ਰੰਕ ਬਣਾਉਣ। ਛੋਟੇ ਭਾਈ, ਆਵਾਜ਼ੇ ਖਲਕ, ਨਗਾੜਾ ਖੁਦਾ। ਲੋਕਤੰਤਰ ਦੇ ਵਿੱਚ ਪਰਮਾਤਮਾ ਉਹ ਲੋਕ ਨੇ, ਉਹਨਾਂ ਦੀ ਸੇਵਾ ਹੀ ਤੁਹਾਨੂੰ ਜਿਤਾ ਸਕਦੀ ਹੈ। ਤੇ ਅਗਰ ਤੁਸੀਂ 10% ਸੇਵਾ ਤੇ 90% ਮੇਵਾ ਤਜਾਰਤ ਕਰੋਗੇ, ਲੋਕਾਂ ਨੂੰ ਬੇਵਕੂਫ ਬਣਾਓਗੇ, you can fool some of the people some of the time, not all the people all the time. Abraham Lincoln। ਚਲੋ ਮੇਰੇ ਇੱਕ ਛੋਟੇ ਸਵਾਲ ਹੈ, 10 ਦੇ ਵਿੱਚੋਂ ਕਿੰਨੇ ਨੰਬਰ CM ਚੰਨੀ ਨੂੰ? ਜਦੋਂ ਤੂੰ ਛੋਟਾ ਹੁੰਦਾ ਸੀ ਬੇਟਾ, ਸਕੂਲ 'ਚ ਪੜ੍ਹਦਾ ਹੁੰਦਾ ਸੀਗਾ, ਹਾਂਜੀ, ਉਦੋਂ ਮੈਂ ਇਹਨਾਂ ਚੀਜ਼ਾਂ 'ਚੋਂ ਨਿਕਲ ਚੁੱਕਿਆ ਸੀ। ਜੱਜ ਕਰਨਗੇ ਪੰਜਾਬ ਦੇ ਲੋਕ। ਤੁਸੀਂ ਵੀ ਪੰਜਾਬ ਦੇ ਲੋਕਾਂ ਚ ਆਨੇ ਹੋ? ਪੰਜਾਬ ਦੇ ਲੋਕਾਂ 'ਚੋਂ ਨਹੀਂ ਆ, ਪੰਜਾਬ ਦੇ ਲੋਕਾਂ ਪੰਜਾਬ ਦੇ VIP ਲੋਕਾਂ ਚ। ਮੈਂ ਕਹਿੰਦਾ ਬਿਲਕੁਲ VIP ਨਹੀਂ, ਮੈਂ ਇੱਕ ਯੋਗੀ ਹਾਂ। ਯੋਗੀ ਹਾਂ, ਪਿਆਜ਼ ਨਹੀਂ ਖਾਂਦਾ, ਲਸਣ ਨਹੀਂ ਖਾਂਦਾ, ਮੀਟ ਨਹੀਂ ਖਾਂਦਾ, ਮੱਛੀ ਨਹੀਂ ਖਾਂਦਾ। ਸਮਝਿਆ? ਯੋਗੀ ਹਾਂ, ਭੋਗੀ ਨਹੀਂ। ਮਤਲਬ ਤੁਸੀਂ ਨੰਬਰ ਨਹੀਂ ਦਿੰਦੇ? ਭਾਈ ਕਿਉਂ ਦਿਆਂ ਮੈਂ ਜੱਜਮੈਂਟ ਹੋਇਆ ਹੀ ਨਹੀਂ। ਮੈਂ ਤਾਂ ਕਦੇ ਚਿੜੀ ਨੂੰ ਜੱਜਮੈਂਟ ਨਹੀਂ ਕੀਤਾ। ਪਾਸਿੰਗ ਮਾਰਕਸ ਹੈਗੇ ਨਹੀਂ। ਲੇਕਿਨ ਮੈਂ ਤੈਨੂੰ ਜਵਾਬ ਦਿੰਦਾ, ਮੈਂ ਇੱਕ ਰਾਸ਼ਟਰ ਭਗਤ ਪਕਸ਼ੀ ਵਰਗਾ। ਬੈਠੇ ਸੀ ਇੱਕ ਪੇੜ ਦੇ ਉੱਤੇ, ਅੱਗ ਲੱਗੀ ਹੋਈ ਸੀ, ਉਸ ਤੇ ਬੈਠੇ ਸੀ ਕੁਝ ਪੰਛੀ, ਕੋਈ ਨੇੜੇ ਲੰਘਾ। ਮੇਰੀ ਮਾਂ ਦੀ ਕਹਾਣੀ ਹੈ। ਉਹ ਕਹਿੰਦੀ ਆਗ ਲਗੇ ਇਸ ਵृक्ष को, जलने लगे हैं पात, उड़ जाओ है पक्षियों, उड़ जाओ है पक्षियों जब पंख तुम्हारे साथ। ਤੇ ਕੀ ਕਹਿੰਦਾ ਨਵਜੋਤ ਸਿੱਧੂ ਵਰਗਾ ਰਾਸ਼ਟਰ ਭਗਤ ਪਕਸ਼ੀ? ਕਹਿੰਦਾ ਫਲ ਖਾਏ ਇਸ वृक्ष के, गंदे कीने पात, अब यही हमारा धर्म है, चल मरे इसी के साथ। ਸਿੱਧੂ 50 ਕਰੋੜ ਕਿਉਂ ਛੱਡ ਕੇ ਆਇਆ? ਸਿੱਧੂ ਨੇ ਉਹਦੇ ਕਿਉਂ ਤਿਆਗੇ? ਕਿਉਂਕਿ ਸਿੱਧੂ ਅਗਲੀ ਪੀੜ੍ਹੀ ਦੇ ਲਈ ਇਹ ਇਲੈਕਸ਼ਨ ਲੜਨ ਦੀ ਗੱਲ ਕਰਦਾ ਹੈ ਕਿਸੇ 'ਚ ਦਮ ਬੈਠੇ ਨਾਲ। ਆਖਰੀ ਸਵਾਲ, ਕਿੰਨੀਆਂ ਸੀਟਾਂ 117 ਦੇ ਵਿੱਚੋਂ? ਪਿਛਲੀ ਵਾਰ 100 ਸੀਟਾਂ ਆਮ ਆਦਮੀ ਪਾਰਟੀ ਨੇ ਕਹੀਆਂ, ਇਸ ਵਾਰ ਸਾਰੇ ਪਰਹੇਜ਼ ਕਰ ਰਹੇ ਹੈ।
ਸੀਟਾਂ ਵਾਲੀ ਗੱਲ ਦੱਸਣ ਤੋਂ ਜਾਂ ਫਿਰ ਦਾਵਾ ਕਰਨ ਤੋਂ ਕਿ ਸਿੱਧੂ ਵੀ ਉਸੇ ਕਤਾਰ 'ਚ ਹੋਣਗੇ, ਨਹੀਂ ਕਰਨਗੇ ਦਾਵਾ? ਜਿਹੜਾ ਬੰਦਾ ਸੀਟਾਂ ਦੇ ਬਾਰੇ ਗੱਲਾਂ ਕਰੇ ਉਹ ਅਹੰਕਾਰ ਹੈ, ਅਹੰਕਾਰ ਹੈ। ਮੈਂ ਪਹਿਲਾਂ ਕਿਹਾ ਸੀਗਾ ਕਿ ਪਿਛਲੀ ਵਾਰ 80 ਸੀਟਾਂ ਆਈਆਂ ਸੀ, ਅਸੀਂ ਕੋਸ਼ਿਸ਼ ਕਰਾਂਗੇ, ਠੀਕ ਹੈ, ਕਿ 80 ਆਣ 70 ਆਣ, ਲੇਕਿਨ ਇਹ ਨਹੀਂ ਕੋਈ ਕਹਿ ਸਕਦਾ ਕਿ ਪੰਜਾਬ ਦੇ ਲੋਕ ਕਿਹਦੇ ਨਾਲ ਖੜਨਗੇ। ਜਿਹੜਾ ਏਜੰਡਾ ਦਊ, ਜਿਹੜਾ ਰੋਡ ਮੈਪ ਦਊ, ਜਿਹੜਾ ਚੰਗਾ ਲੀਡਰ ਸਵਾਰਨ ਵਾਲਾ ਦਊ, ਜਿਹੜਾ ਜ਼ਿੰਦਗੀਆਂ ਬਦਲਣ ਦਾ ਵਿਸ਼ਵਾਸ ਹੋਏਗਾ ਲੋਕਾਂ ਨੂੰ, ਭਰੋਸੇਯੋਗਤਾ ਹੋਏਗੀ ਜਿਹਦੀ, ਉਹ ਸਰਕਾਰ ਬਣਾਓ। ਸੀਐਮ ਫੇਸ ਨਾ ਐਲਾਨਿਆ ਤਾਂ ਨੁਕਸਾਨ ਹੋ ਸਕਦਾ ਕਾਂਗਰਸ ਨੂੰ? ਮੈਂ ਕੀ ਕਹਿਣਾ, ਨੁਕਸਾਨ ਫਾਇਦਾ ਲੋਕਾਂ ਦੇ ਹੱਥ, ਸਿਆਣੇ ਨੇ ਨਿਆਣੇ ਨਹੀਂ। ਨਹੀਂ, ਤੁਹਾਡਾ ਤਜਰਬਾ ਬਹੁਤ ਹੈ ਨਾ। ਮੈਂ ਕਿਹਾ ਮੇਰਾ ਤਜਰਬਾ ਇੰਨਾ ਹੀ ਕਹਿੰਦਾ ਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਨੇ ਨਹੀਂ ਕੀਤਾ ਸੀ ਤਾਂ ਨੁਕਸਾਨ ਹੋਇਆ, ਇਸ ਵਾਰ ਆਪਾਂ ਕਾਂਗਰਸ ਨੂੰ ਵੀ ਹੋ ਸਕਦਾ। ਇਹ ਤੂੰ ਜਾਣ, ਤੇਰਾ ਕੰਮ ਜਾਣੇ। ਤੁਸੀਂ ਗੱਲ ਕਹਿ ਰਹੇ ਹੋ ਪਰ ਬੋਲ ਨਹੀਂ ਰਹੇ। ਮੈਂ ਗੋਲਮੋਲ ਵੀ ਕਰਨਾ ਜਾਣਦਾ, ਮੈਂ ਗੱਲ ਕਹਿਣੀ ਵੀ ਜਾਣਦਾ, ਤੇ ਮੈਂ ਪਿੱਛੇ ਵੀ ਖਿੱਚਣਾ ਜਾਣਦਾ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਖਬਰ ਲੈਣ ਦੀ ਕੋਸ਼ਿਸ਼ ਕਰਾਂ। ਤੂੰ ਕੋਸ਼ਿਸ਼ ਕਰ, ਪਰ ਕੋਸ਼ਿਸ਼ ਉਹ ਕਰ ਮਸਲਿਆਂ ਦੀ ਗੱਲ ਦਾ। TRP ਵੱਲ ਨਾ ਜਾ ਬੇਟਾ, ਫਰਜ਼ ਦੇ ਉੱਤੇ ਰਹਿ। ਮੈਂ ਬੜਾ ਤੈਨੂੰ ਪਿਆਰ ਕਰਦਾ ਕਿਉਂਕਿ ਤੂੰ ਅੱਜ ਇੰਟਰਵਿਊ ਬੜੀ ਅੱਛੀ ਲਈ ਹੈ। ਹਾਲਾਂਕਿ ਤੂੰ ਕੋਸ਼ਿਸ਼ ਕੀਤੀ, ਥੋੜੀ ਬਹੁਤੀ ਚਲਾਕੀ ਕੀਤੀ ਹੈ, ਪਰ ਚਲਾਕੀ ਨਾਲ ਤੇ ਲੋਂਬੜੀਆਂ ਬਣਦੀਆਂ ਨੇ, ਜੁਰਤ ਨਾਲ ਸ਼ੇਰ ਬਣਦੇ ਆ, ਸੱਚ ਨਾਲ ਸ਼ੇਰ ਬਣਦੇ ਆ। ਸ਼ੇਰ ਬਣ ਬੇਟਾ, ਤੇਰੇ 'ਚ ਕੈਪੈਸਿਟੀ ਹੈ। ਇਸ ਕਰਕੇ ਇਸ ਟੈਲੀਵਿਜ਼ਨ ਦੇ ਮਾਧਿਅਮ ਦੇ ਨਾਲ ਚੌਥਾ ਪਾਵਾ ਹੈ ਬੇਟਾ, ਸੱਚ ਦਾ ਪ੍ਰਕਾਸ਼ ਕਰ। ਸੱਚ ਦੇ ਪ੍ਰਕਾਸ਼ ਦੇ ਵਿੱਚ ਤੂੰ ਤਰ ਜਾਏਗਾ। ਚਲੋ ਠੀਕ ਹੈ ਸਿੱਧੂ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ, ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਵੀ ਗੱਲਬਾਤ ਹੁੰਦੀ ਹੋਈ ਰਹੇਗੀ ਔਰ ਨਿਊਜ਼ 18 ਪੰਜਾਬ ਦੇ ਜ਼ਰੀਏ ਲੋਕਾਂ ਤੱਕ, ਪੰਜਾਬ ਦੇ ਲੋਕਾਂ ਤੱਕ ਤੁਹਾਡੀਆਂ ਗੱਲਾਂ ਔਰ ਏਜੰਡੇ ਪਹੁੰਚਦੇ ਰਹਿਣ। ਆਸ ਤੇ ਵਿਸ਼ਵਾਸ ਦੀ ਰਾਜਨੀਤੀ ਹੈ। ਇਹੀ ਆਸ ਕਰਦਾ ਕਿ ਜਿੱਤੇਗਾ ਪੰਜਾਬ। ਪੰਜਾਬ ਨੂੰ ਵੋਟਾਂ ਪਾਈਓ, ਜਿੱਤੇਗੀ ਪੰਜਾਬੀਅਤ। ਟੁੱਟਿਓ ਨਾ, ਇੱਕ ਰਹੀਓ ਆਪਸੀ ਭਾਈਚਾਰੇ 'ਚ, ਬਾਬੇ ਵਾਲੇ 'ਚ। ਵਾਸੁਦੇਵਮ ਕੁਟੁੰਬਕਮ ਮੇਰੀ ਮਾਂ ਕਹਿੰਦੀ ਹੁੰਦੀ ਸੀ। ਹੋਲ ਵਰਲਡ ਇਜ਼ ਮਾਈ ਕੰਟਰੀ, ਆਲ ਮੈਨਕਾਈਂਡ ਮਾਈ ਬ੍ਰਦਰ, ਟੂ ਡੂ ਗੁੱਡ ਮਾਈ ਰਿਲੀਜਨ। ਜਿੱਤੇਗਾ ਪੰਜਾਬ, ਜਿੱਤੇਗੀ ਪੰਜਾਬੀਅਤ, ਜਿੱਤੇਗਾ ਹਰ ਪੰਜਾਬੀ। ਹਰ ਪੰਜਾਬੀ ਹਿੱਸੇਦਾਰ ਬਣੇਗਾ, ਹਰ ਪੰਜਾਬੀ ਭਾਗੀਦਾਰ ਬਣੇਗਾ, ਹਰ ਪੰਜਾਬੀ ਇਕਨੋਮੀ ਦਾ ਸ਼ੇਅਰ ਹੋਲਡਰ ਬਣੇਗਾ। ਜਿਸ ਤਰ੍ਹਾਂ ਅਸੀਂ ਮਹਿਲਾਵਾਂ ਨੂੰ ਇਕਨੋਮੀ ਦਾ ਸ਼ੇਅਰ ਹੋਲਡਰ ਬਣਾਇਆ ਹੈ, ਇਕਨੋਮੀ ਦਾ ਪ੍ਰੋਪੈਲਰ ਬਣਾਇਆ ਹੈ। ਇਹ ਵਿਜ਼ਨ ਲੋਲੀਪੌਪ ਨਹੀਂ ਹੈ, ਇਹ ਵਿਜ਼ਨ ਫਿਊਚਰ ਜਨਰੇਸ਼ਨ 'ਚ ਇੱਕ ਇਨਵੈਸਟਮੈਂਟ ਹੈ। ਇਕਨੋਮੀ ਦਾ ਹਿੱਸੇਦਾਰ, ਭਾਗੀਦਾਰ, ਸ਼ੇਅਰ ਹੋਲਡਰ। ਬਾਤ ਖਤਮ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਔਰ ਸਾਡੀ ਵੀ ਕੋਸ਼ਿਸ਼ ਰਹੇਗੀ ਕਿ ਅੱਗੇ ਵੀ ਇਸ ਤਰੀਕੇ ਨਾਲ ਗੱਲਬਾਤ ਹੁੰਦੀ ਰਹੀ ਪੰਜਾਬ ਦੇ ਸਿਆਸਤਦਾਨਾਂ ਦੇ ਜ਼ਰੀਏ, ਔਰ ਬਹੁਤ ਸਾਰੇ ਪੁਆਇੰਟਸ ਨੇ ਜਿਨ੍ਹਾਂ ਦੇ ਉੱਤੇ ਖੁੱਲ ਕੇ ਗੱਲਬਾਤ ਸਿੱਧੂ ਸਾਹਿਬ ਕਰਦੇ ਹੋਏ ਨਜ਼ਰ ਆਏ ਨੇ। ਫਿਲਹਾਲ ਮੈਨੂੰ ਤੇ ਮੇਰੇ ਸਹਿਯੋਗੀ ਅਜੇ ਨੂੰ ਦਿਓ ਇਜਾਜ਼ਤ। ਧੰਨਵਾਦ।